ਇਹਦਾ ਇਤਿਹਾਸ ਇੰਨਾ ਪੁਰਾਣਾ ਹੈ ਕਿ ਤੁਸੀਂ ਹੈਰਾਨ ਹੋਵੋਗੇ ਕਿ ਇਹ ਰਾਜੇ ਮਹਾਰਾਜਿਆਂ ਦੀ ਇੱਕ ਬਿਹਤਰੀਨ ਖੁਰਾਕ ਮੰਨੀ ਜਾਂਦੀ ਸੀ। ਖਜੂਰ ਦੇ ਮਾੜੇ ਅਸਰ ਵੀ ਬਹੁਤ ਸਾਰੇ ਤੇ ਬੜੇ ਤਗੜੇ ਹੁੰਦੇ ਜੇ। ਜਿਹੜੇ ਸ਼ਰਾਬੀ ਨਹੀਂ ਹੋਸ਼ ਜਾ ਰਹੇ ਉਹਨਾਂ ਲਈ ਖਜੂਰ ਹੀ ਸਵੇਰ ਵੇਲੇ 4 ਖਵਾਈਆਂ ਜਾਣ। ਚੰਗੀ ਤਰ੍ਹਾਂ ਕੋਸੇ ਪਾਣੀ ਚ ਧੋਏ ਬਗੈਰ ਕਿਸੇ ਹੀ ਹਾਲ ਵਿੱਚ ਨਹੀਂ ਵਰਤਣੀਆਂ ਚਾਹੀਦੀਆਂ। ਜੀ ਜੀ, ਜਿਹੜਾ ਤੁਸੀਂ ਹੁਣੇ ਕਿਹਾ ਡਾਕਟਰ ਸਾਹਿਬ ਕਿ ਦੁੱਧ ਵਿੱਚ ਉਬਾਲ ਕੇ, ਇਹ ਮਤਲਬ ਸਭ ਤੋਂ ਸਹੀ ਤਰੀਕਾ ਹੈਗਾ ਖਜੂਰ ਨੂੰ ਖਾਣ ਦਾ? ਇਹ ਸਤਿ ਸ਼੍ਰੀ ਅਕਾਲ ਜੀ। ਦਾ ਖਾਲਸ ਟੀਵੀ ਦੇਖ ਰਹੇ ਸਾਰੇ ਦਰਸ਼ਕਾਂ ਦਾ ਬਹੁਤ ਬਹੁਤ ਸਵਾਗਤ ਹੈ ਸਾਡੇ ਖਾਸ ਪ੍ਰੋਗਰਾਮ ਖਾਲਸ ਖਾਣਾ ਦੇ ਵਿੱਚ। ਸਭ ਤੋਂ ਪਹਿਲਾਂ ਤਾਂ ਅਸੀਂ ਮਾਫੀ ਚਾਹਾਂਗੇ ਕਿ ਪਿਛਲਾ 1 ਹਫ਼ਤਾ ਅਸੀਂ ਤੁਹਾਨੂੰ ਨਹੀਂ ਮਿਲ ਪਾਏ ਉਸੇ ਟਾਈਮ ਤੇ, ਕਿਉਂਕਿ ਡਾਕਟਰ ਹਰਸ਼ਿੰਦਰ ਕੌਰ ਜਿਹੜੇ ਸਾਡੇ ਖਾਸ ਮਹਿਮਾਨ ਨੇ ਇਸ ਪ੍ਰੋਗਰਾਮ ਦੇ ਵਿੱਚ ਜੁੜਦੇ ਨੇ, ਉਹਨਾਂ ਦੀ ਸਿਹਤ ਜ਼ਰਾ ਢਿੱਲੀ ਸੀਗੀ ਤੇ ਜ਼ਰੂਰ ਸਾਰੇ ਦੁਆਵਾਂ ਕਰਿਓ ਉਹਨਾਂ ਦੇ ਲਈ, ਕਿਉਂਕਿ ਐਮਰਜੈਂਸੀ ਦੇ ਵਿੱਚ ਕੰਮ ਕਰਦੇ ਨੇ। COVID-19 ਦੇ ਦੌਰ ਦੇ ਵਿੱਚ ਪੂਰਾ ਟਾਈਮ ਉਹ ਆਪਣੀਆਂ ਡਿਊਟੀਆਂ ਦਿੰਦੇ ਰਹੇ ਤੇ ਹੁਣ ਵੀ ਲਗਾਤਾਰ ਦੇ ਰਹੇ ਨੇ। ਸੋ ਡਾਕਟਰ ਸਾਹਿਬ ਦਾ ਅਸੀਂ ਬਹੁਤ ਬਹੁਤ ਸਵਾਗਤ ਕਰਦੇ ਹਾਂ ਇਸ ਪ੍ਰੋਗਰਾਮ ਦੇ ਵਿੱਚ। ਡਾਕਟਰ ਸਾਹਿਬ ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਤੇ ਤੁਹਾਡੇ ਰਾਹੀਂ ਸੁਣ ਰਹੇ ਸਾਰੇ ਹੀ ਸਰੋਤਿਆਂ ਨੂੰ ਬਹੁਤ ਬਹੁਤ ਨਿੱਘੀ ਸਤਿ ਸ਼੍ਰੀ ਅਕਾਲ। ਤੇ ਹੁਣ ਠੀਕ ਹੋ ਤੁਸੀਂ? ਬਿਲਕੁਲ ਚੰਗੀ ਤਰ੍ਹਾਂ? ਜੀ ਬਿਲਕੁਲ। ਥੋੜੀ ਬਹੁਤ ਜਿਵੇਂ ਵਾਇਰਲ ਤੋਂ ਬਾਅਦ ਕਮਜ਼ੋਰੀ ਹੁੰਦੀ ਜੇ, ਉਹ ਤਾਂ ਰਹਿਣੀ ਹੁੰਦੀ ਹੈ, ਪਰ ਮੈਨੂੰ ਲੱਗਦਾ ਬਹੁਤੀ ਕਮਜ਼ੋਰੀ ਤਾਂ ਆਪਣੇ ਮਨਾਂ 'ਚ ਹੀ ਹੁੰਦੀ ਹੈ। ਹਿੰਮਤ ਕਰੀਏ ਤਾਂ ਜ਼ਰੂਰ ਸਾਰਾ ਕੁਛ ਆਪਾਂ ਨਾਰਮਲ ਤਰੀਕੇ ਕਰ ਸਕਦੇ ਹੁੰਦੇ ਹਾਂ। ਬਿਲਕੁਲ ਬਿਲਕੁਲ, ਤੁਸੀਂ ਆਪਣਾ ਧਿਆਨ ਜ਼ਰੂਰ ਰੱਖਿਆ ਕਰੋ। ਤੇ ਬਾਕੀ ਇੱਕ ਹੋਰ ਅਸੀਂ ਆਪਣੇ ਦਰਸ਼ਕਾਂ ਨੂੰ ਬਹੁਤ ਜ਼ਰੂਰੀ ਜਿਹੜੀ ਅਪੀਲ ਕਰਨਾ ਚਾਹੁੰਦੇ ਹਾਂ, ਬੇਨਤੀ ਕਰਨਾ ਚਾਹੁੰਦੇ ਹਾਂ, ਜੋ ਮਰਜ਼ੀ ਤੁਸੀਂ ਸਮਝ ਲਓ, ਕਿ ਇਸ ਪ੍ਰੋਗਰਾਮ ਦੇ ਵਿੱਚ ਅਸੀਂ ਫੋਨ ਕਾਲਸ ਨੇ ਜਿਹੜੀਆਂ ਉਹ ਹਲੇ ਨਹੀਂ ਲੈ ਸਕਦੇ, ਤੇ ਜਿਹੜੀਆਂ ਤੁਹਾਡੀਆਂ ਪਰਸਨਲੀ ਫੋਨ ਕਾਲਸ ਆਉਂਦੀਆਂ ਨੇ ਇਸ ਪ੍ਰੋਗਰਾਮ ਨੂੰ ਸੁਣਨ ਤੋਂ ਬਾਅਦ, ਉਹ ਤਾਂ ਅਸੀਂ ਬਿਲਕੁਲ ਵੀ ਨਹੀਂ ਸੁਣ ਸਕਦੇ। ਡਾਕਟਰ ਸਾਹਿਬ ਤਾਂ ਬਹੁਤ ਹੀ ਬਿਜ਼ੀ ਹੁੰਦੇ ਨੇ ਤੇ ਇੰਨੇ ਲੋਕਾਂ ਦੇ ਫੋਨ ਆਉਂਦੇ ਨੇ, ਕਿਉਂਕਿ ਇਸ ਪ੍ਰੋਗਰਾਮ ਨੂੰ ਤੁਸੀਂ ਪਸੰਦ ਬਹੁਤ ਕਰਦੇ ਹੋ। ਸੋ ਅਸੀਂ ਹੱਥ ਬੰਨ੍ਹ ਕੇ ਬੇਨਤੀ ਕਰਦੇ ਹਾਂ ਕਿ ਤੁਸੀਂ ਇੱਕ ਵੀ ਫੋਨ ਨਾ ਕਰਿਆ ਕਰੋ ਹਲੇ, ਕਿਉਂਕਿ ਅਸੀਂ ਆਉਂਦੇ ਦਿਨਾਂ ਦੇ ਵਿੱਚ ਲਾਈਵ ਪ੍ਰੋਗਰਾਮ ਇਹ ਸ਼ੁਰੂ ਕਰਾਂਗੇ। ਲਾਈਵ ਸਟ੍ਰੀਮਿੰਗ ਦੇ ਵਿੱਚ ਡਾਕਟਰ ਸਾਹਿਬ ਸਾਡੇ ਨਾਲ ਬੈਠਿਆ ਕਰਨਗੇ। ਉਦੋਂ ਤੁਸੀਂ ਲਾਈਵ ਪ੍ਰੋਗਰਾਮ ਦੇ ਵਿੱਚ ਹੀ ਫੋਨ ਕਰਕੇ ਆਪਣੇ ਸਵਾਲ ਨੇ ਜਿਹੜੇ ਸਾਨੂੰ ਪੁੱਛ ਸਕਦੇ ਹੋ, ਡਾਕਟਰ ਸਾਹਿਬ ਨੂੰ ਪੁੱਛ ਸਕਦੇ ਹੋ। ਸੋ ਇਹ ਸਾਡੀ ਬੇਨਤੀ ਜ਼ਰੂਰ ਕਬੂਲ ਕਰਿਓ। ਤੇ ਦੂਸਰੀ ਜਿਹੜੀ ਅਸੀਂ ਇੱਕ ਹੋਰ ਤੁਹਾਡੇ ਤੋਂ ਮਾਫੀ ਮੰਗ ਲੈਂਦੇ ਹਾਂ ਕਿ ਸਵਾਲ ਤੁਹਾਡੇ ਬਹੁਤ ਆਏ ਸੀ, ਪਰ ਉਹ ਸਾਰੇ ਬਿਮਾਰੀਆਂ ਦੇ ਨਾਲ ਸੰਬੰਧਿਤ ਸੀ। ਸਾਡਾ ਇਹ ਪ੍ਰੋਗਰਾਮ ਅਸੀਂ ਦੁਬਾਰਾ ਦੱਸ ਦਿੰਦੇ ਹਾਂ ਕਿ ਖਾਣੇ ਪੀਣੇ ਦੇ ਨਾਲ ਸੰਬੰਧਿਤ ਹੈ, ਕਿ ਜਿਹੜੀਆਂ ਖਾਣ ਪੀਣ ਵਾਲੀਆਂ ਚੀਜ਼ਾਂ ਨੇ, ਕੁਦਰਤੀ ਨਿਆਮਤਾਂ ਸਾਨੂੰ ਕੁਦਰਤ ਦੇ ਵੱਲੋਂ ਮਿਲੀਆਂ ਨੇ, ਉਹਨਾਂ ਦੇ ਸਾਨੂੰ ਕੀ ਲਾਭ ਹੁੰਦੇ ਨੇ, ਕਿਵੇਂ ਉਹ ਖਾਣੇ ਨੇ। ਇਹ ਪ੍ਰੋਗਰਾਮ ਹੈ ਜਿਹੜਾ ਉਸ ਚੀਜ਼ ਨੂੰ ਲੈ ਕੇ ਹੈ। ਸੋ ਤੁਸੀਂ ਇਸ ਪ੍ਰੋਗਰਾਮ ਦਾ ਕਨਸੈਪਟ ਸਮਝਣ ਦੀ ਕੋਸ਼ਿਸ਼ ਕਰੋ। ਬਿਮਾਰੀਆਂ ਦਾ ਜਿਹੜਾ ਇਲਾਜ ਹੁੰਦਾ ਉਹ ਡਾਕਟਰ ਦੇ ਕੋਲ ਜਾ ਕੇ, ਜਿੰਨਾ ਚਿਰ ਤੁਸੀਂ ਆਪਣੇ ਸਰੀਰ ਦਾ ਚੈੱਕਅਪ ਨਹੀਂ ਕਰਾਓਗੇ ਤੇ ਡਾਕਟਰ ਫੋਨ ਦੇ ਉੱਤੇ ਤੁਹਾਡੀ ਬਿਮਾਰੀ ਦਾ ਇਲਾਜ ਨਹੀਂ ਦੱਸ ਸਕਣਗੇ। ਸੋ ਡਾਕਟਰ ਸਾਹਿਬ ਤੁਸੀਂ ਵੀ ਜੇ 1-2 ਸ਼ਬਦ ਬੋਲਣਾ ਚਾਹੁੰਦੇ ਹੋ ਇਸ ਬਾਰੇ। ਜੀ ਬਿਲਕੁਲ, ਮੈਂ ਸਮਝ ਸਕਦੀ ਹਾਂ ਕਿ ਬਹੁਤ ਸਾਰੇ, ਕਿਉਂਕਿ ਲਗਭਗ 100 ਤੋਂ ਉੱਪਰ ਫੋਨ ਆ ਜਾਂਦੇ ਨੇ ਤੇ ਮੈਨੂੰ ਬੜੇ ਜਿਹਨੇ ਮਨਾਂ ਵਿੱਚ ਗਾਲਾਂ ਵੀ ਕੱਢਦੇ ਹੋਣਗੇ, ਸ਼ਬਦ ਬੋਲਦੇ ਹੋਣਗੇ ਕਿ ਫੋਨ ਸੁਣਦੀ ਨਹੀਂ। ਮਜਬੂਰੀ ਹੈ ਜੀ ਕਿ ਡਿਊਟੀ ਦੇ ਵਿੱਚ ਕਈ ਵਾਰ PP ਕਿੱਟ ਪਾਈ ਹੋਵੇ ਤੇ ਤੁਸੀਂ ਵਿੱਚ ਫੋਨ ਕਰਦੇ ਹੋਵੋ, ਇਹ ਸੰਭਵ ਹੀ ਨਹੀਂ ਹੈ, ਕਰ ਹੀ ਨਹੀਂ ਸਕਦੇ। ਬੜੀ ਵਾਰ ਥੱਕੇ ਟੁੱਟੇ 10-10 ਘੰਟੇ ਦੀ ਡਿਊਟੀ ਤੋਂ ਬਾਅਦ ਜਦੋਂ ਘਰ ਆਓ ਤੇ ਆਉਂਦੇ ਸਾਰ ਫਿਰ ਹਰ ਇੱਕ ਦੀ ਆਪਣੀ ਲੋੜ ਦੇ ਹਿਸਾਬ ਨਾਲ ਉਹ ਕਹਿਣਗੇ ਅਸੀਂ 20 ਮਿੰਟ ਲੈਣੇ ਨੇ ਤੁਹਾਡੇ। ਇਸ ਤਰ੍ਹਾਂ 20 ਮਿੰਟ ਵੀ ਕਰਦੇ ਹਾਂ। ਤੁਸੀਂ ਸਮਝ ਸਕਦੇ ਹੋ ਕਿ 100 ਫੋਨ ਅਟੈਂਡ ਕਰਨੇ ਰੋਜ਼ ਦੇ ਸੰਭਵ ਨਹੀਂ। ਖਿਮਾ ਵੀ ਮੰਗੀ ਦੀ ਹੈ ਕਿ ਨਹੀਂ ਗੱਲ ਹੋ ਸਕਦੀ, ਤਾਂ ਕਾਫੀ ਮਾੜੇ ਸ਼ਬਦ ਸੁਣਨੇ ਵੀ ਪੈਂਦੇ ਨੇ। ਤੁਹਾਨੂੰ ਆਕੜ ਹੋ ਗਈ ਪ੍ਰੋਗਰਾਮ ਦੀ, ਪਰ ਜੋ ਵੀ ਮਰਜ਼ੀ ਕਹਿਣ, ਮੈਨੂੰ ਲੱਗਦਾ ਕਿ ਜੇ ਗੁਰੂ ਨਾਨਕ ਸਾਹਿਬ ਨੂੰ ਅਸੀਂ ਨਹੀਂ ਛੱਡਿਆ, ਉਹ ਵੀ ਆਖਦੇ ਸੀ ਕਿ ਕੋਈ ਆਖੇ ਬੇਤਾਲਾ ਤੱਕ, ਤਾਂ ਮੈਂ ਸਮਝ ਸਕਦੀ ਹਾਂ ਕਿ ਆਪਣੀਆਂ ਤਕਲੀਫਾਂ ਵਿੱਚ ਰੁੱਝੇ ਹੋਏ, ਕੰਮਕਾਰ ਵਿੱਚ ਰੁੱਝੇ, ਕਈ ਵਾਰ ਔਖਿਆਈ ਵਿੱਚ ਜ਼ਰੂਰ ਹੋਣਗੇ, ਪਰ ਮਜਬੂਰੀ ਹੈ। ਫਿਰ ਵੀ ਮੈਂ ਬੇਨਤੀ ਕਰਦੀ ਹਾਂ ਕਿ ਜਦੋਂ ਅਸੀਂ ਲਾਈਵ ਸ਼ੋਅ, ਹੁਣ ਮੇਰਾ ਖਿਆਲ ਹੈ 2 ਜਾਂ 3 ਵਾਰੀਆਂ ਤੋਂ ਬਾਅਦ ਸ਼ੁਰੂ ਹੋਏਗਾ, ਤੇ ਇਹ ਸਾਰੀਆਂ ਲੋਕਾਂ ਦੀਆਂ ਪ੍ਰੋਬਲਮਸ ਵੀ ਸੌਰਟ ਆਊਟ ਹੋ ਜਾਣਗੀਆਂ, ਕਿਉਂਕਿ ਉਹ ਆਪਣੀਆਂ ਪ੍ਰੋਬਲਮਸ ਲਾਈਵ ਪੁੱਛ ਵੀ ਸਕਦੇ ਨੇ, ਉਹਦੇ 'ਚ ਜਵਾਬ ਵੀ ਲੈ ਸਕਦੇ ਨੇ। ਇਸ ਦੇ ਬਾਵਜੂਦ ਮੈਂ ਇੱਕ ਹੋਰ ਵੀ ਬੇਨਤੀ ਕਰਦੀ ਹਾਂ ਕਿ ਜੇ ਫਿਰ ਵੀ ਤੁਸੀਂ ਪਰਸਨਲੀ ਆਉਣਾ ਚਾਹੋ, ਮਿਲਣਾ ਚਾਹੋ, ਤਾਂ ਤੁਸੀਂ ਜ਼ਰੂਰ ਬੁੱਧਵਾਰ ਜਾਂ ਸ਼ਨੀਵਾਰ ਰਜਿੰਦਰਾ ਹਸਪਤਾਲ ਵਿੱਚ ਮੈਨੂੰ ਮਿਲ ਸਕਦੇ ਹੋ ਜੀ। ਪਰ ਕਿਰਪਾ ਕਰਕੇ ਫੋਨ ਮੈਂ ਨਹੀਂ ਸੁਣ ਸਕਣੇ, ਮੇਰੇ
ਖਿਮਾ ਮੰਗਦੀ ਹਾਂ, ਇੰਨੇ ਜ਼ਿਆਦਾ ਫੋਨ ਅਟੈਂਡ ਕਰਨੇ ਸੰਭਵ ਨਹੀਂ ਹੁੰਦੇ ਡਿਊਟੀ ਦੇ ਵਿੱਚ ਖਾਸ ਤੌਰ ਤੇ। ਜੀ 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 ਡਾਕਟਰ ਸਾਹਿਬ, ਸੋ ਆਸ ਕਰਦੇ ਹਾਂ ਕਿ ਸਾਡੇ ਦਰਸ਼ਕ ਜ਼ਰੂਰ ਸਾਡੀ ਇਸ ਮਜਬੂਰੀ ਨੂੰ ਸਮਝਣਗੇ। ਸੋ ਪਿਛਲੀ ਵਾਰੀ ਆਪਾਂ ਗੱਲ ਕੀਤੀ ਸੀ ਕੇਲਾ ਜਿਹੜਾ ਹੈਗਾ ਫਰੂਟ ਫਲ ਹੈਗਾ, ਉਹਦੇ ਤੇ ਆਪਾਂ 2 ਪ੍ਰੋਗਰਾਮ ਕੀਤੇ ਸੀ। ਹੁਣ ਆਪਾਂ ਇਸ ਲੜੀ ਨੂੰ ਅੱਗੇ ਤੋਰਦੇ ਹਾਂ ਤੇ ਹੁਣ ਠੰਡ ਦਾ ਮੌਸਮ ਆ ਗਿਆ ਪੰਜਾਬ ਦੇ ਵਿੱਚ, ਪੂਰੇ ਭਾਰਤ ਦੇ ਵਿੱਚ ਹੀ ਕਹਿ ਲੈਂਦੇ ਹਾਂ, ਹੋਰ ਵੀ ਬਹੁਤ ਸਾਰੇ ਮੁਲਕਾਂ ਦੇ ਵਿੱਚ ਇਸ ਵਕਤ ਠੰਡ ਦਾ ਮੌਸਮ ਚੱਲ ਰਿਹਾ ਤੇ ਠੰਡ ਦੇ ਮੌਸਮ 'ਚ ਇੱਥੇ ਖਾਸ ਕਰਕੇ ਖਜੂਰ ਹੈ ਜਿਹੜੀ ਉਹ ਖਾਂਦੇ ਨੇ ਲੋਕ। ਸੋ ਇਸ ਤੇ ਆਪਾਂ ਅੱਜ ਗੱਲਬਾਤ ਕਰਾਂਗੇ। ਸੋ ਡਾਕਟਰ ਸਾਹਿਬ, ਖਜੂਰ ਬਾਰੇ ਕੀ ਆਪਾਂ ਜਾਣਕਾਰੀ ਦੇਣਾ ਚਾਹੁੰਦੇ ਹਾਂ ਸਭ ਤੋਂ ਪਹਿਲਾਂ ਆਪਣੇ ਦਰਸ਼ਕਾਂ ਨੂੰ? ਹਾਂ ਦੇਖੋ, ਮੈਂ ਇਸ ਤੋਂ ਪਹਿਲਾਂ ਕਿ ਖਜੂਰ ਬਾਰੇ ਅਸੀਂ ਡਿਟੇਲ 'ਚ ਗੱਲ ਕਰੀਏ, ਹਰਸ਼ਰਨ ਜੀ ਇੱਕ ਗੱਲ ਜ਼ਰੂਰ ਮੈਂ ਚਾਹੁੰਦੀ ਹਾਂ ਸਾਰੇ ਸਰੋਤੇ ਸਮਝਣ ਕਿ ਕੁਦਰਤੀ ਚੀਜ਼ਾਂ, ਕਿਉਂਕਿ ਮੈਨੂੰ ਕੇਲੇ ਵੇਲੇ ਵੀ ਫੋਨ ਆਇਆ ਕਈ ਇੱਕ ਸੱਜਣ ਦਾ, ਵੀਰ ਦਾ, ਕਿ ਮੈਂ ਇਹ ਹੁਣ ਖਾ ਲਵਾਂ ਤੇ ਮੈਂ 15 ਮਿੰਟ 'ਚ ਮੇਰਾ ਠੀਕ ਹੋ ਸਕੇਗਾ ਸਾਰਾ ਕੁਛ। ਅਸੀਂ ਕੋਈ ਜਾਦੂਈ ਟੋਟਕੇ ਨਹੀਂ ਦੱਸ ਰਹੇ ਜੀ। ਮਕਸਦ ਸਿਰਫ ਇਹ ਸੀ ਕਿ ਕਈ ਵਾਰ ਅਸੀਂ, ਜਿਵੇਂ ਹੁਣ ਪਿਆਜ਼ ਦੀ ਗੱਲ ਕੀਤੀ ਸੀ, ਕਿ ਕਈ ਵਾਰ ਸਾਨੂੰ ਵਰਤਣਾ ਹੀ ਨਹੀਂ ਆਉਂਦਾ ਹੁੰਦਾ। ਆਪਾਂ ਸਾਰੀ ਉਮਰ ਪਿਆਜ਼ ਵਰਤਦੇ ਰਹੇ ਹਾਂ, ਪਰ ਕਈ ਵਾਰ ਉਹਦੇ ਗੁਣ ਓਨੇ ਨਹੀਂ ਵਿੱਚੋਂ ਲੈ ਸਕਦੇ। ਮਕਸਦ ਸੀ ਕਿ ਜਿਹੜੀਆਂ ਖੋਜਾਂ ਉੱਤੇ, ਸਿਰਫ ਤੇ ਸਿਰਫ ਖੋਜਾਂ ਉੱਤੇ ਆਧਾਰਿਤ ਗੱਲਾਂ ਅਸੀਂ ਸ਼ੇਅਰ ਕਰ ਰਹੇ ਹਾਂ। ਮੈਂ ਕਿਉਂਕਿ ਕਈਆਂ ਨੂੰ ਇਹ ਸ਼ੱਕ ਪੈ ਗਿਆ ਕਿ ਸ਼ਾਇਦ ਇਹ ਆਯੁਰਵੈਦਿਕ ਡਾਕਟਰ ਹੈ, ਨਹੀਂ, ਮੈਂ ਐਲੋਪੈਥਿਕ ਡਾਕਟਰ ਹਾਂ, ਚਾਈਲਡ ਸਪੈਸ਼ਲਿਸਟ ਹਾਂ, ਮੈਡੀਕਲ ਕਾਲਜ ਵਿੱਚ ਕੰਮ ਕਰ ਰਹੀ ਹਾਂ। ਤਾਂ ਮੇਰਾ ਮਕਸਦ ਸਿਰਫ ਇਹ ਹੈ ਕਿ ਜਿਹੜੀਆਂ ਖੋਜਾਂ ਇਨਸਾਨਾਂ ਉੱਤੇ ਹੋ ਕੇ ਕੁਝ ਸਾਬਤ ਹੋਈਆਂ, ਕਿੰਨੀ ਮਾਤਰਾ ਵਿੱਚ, ਕਿਸ ਬਿਮਾਰੀ ਵਿੱਚ, ਉਹ ਵੀ ਅਸੀਂ ਜਦੋਂ ਲੰਮੇ ਸਮੇਂ ਖਾਂਦੇ ਰਹਿੰਦੇ ਹਾਂ ਤੇ ਇਹਦੇ ਨਾਲੋਂ ਨਾਲ ਮਾੜੀਆਂ ਚੀਜ਼ਾਂ ਨਹੀਂ ਵਰਤਦੇ। ਮਿਸਾਲ ਵਜੋਂ ਤੁਸੀਂ ਇੱਕ ਪਾਸੇ ਤਲੀਆਂ ਚੀਜ਼ਾਂ ਜਾਂ ਘਿਓ ਦੀ ਵਾਧੂ ਵਰਤੋਂ ਕਰ ਰਹੇ ਹੋ, ਮਿੱਠੇ ਦੀ ਵਾਧੂ ਵਰਤੋਂ ਕਰਦੇ ਹੋਵੋ, ਫਾਸਟ ਫੂਡ ਲੈਂਦੇ ਹੋਵੋ, ਤਾਂ ਇਹ ਕੁਦਰਤੀ ਚੀਜ਼ਾਂ ਦੇ ਅਸਰ ਆਪਣੇ ਆਪ ਘਟ ਜਾਂਦੇ ਨੇ ਜੀ। ਸੋ ਜਦੋਂ ਸੰਤੁਲਿਤ ਖੁਰਾਕ ਲੈਂਦੇ ਹਾਂ, ਅਸੀਂ ਕਸਰਤ ਰੈਗੂਲਰ ਤੌਰ ਉੱਤੇ ਕਰਦੇ ਹਾਂ, ਤਾਂ ਇਹ ਜਿਹੜੀਆਂ ਕੁਦਰਤੀ ਚੀਜ਼ਾਂ ਕਿੰਨੀ ਮਾਤਰਾ ਵਿੱਚ ਕਿਸ ਬਿਮਾਰੀ ਵਿੱਚ ਫਾਇਦੇਮੰਦ ਸਾਬਤ ਹੋ ਚੁੱਕੀਆਂ ਨੇ, ਸਿਰਫ ਉਸ ਬਾਬਤ ਹੀ ਅਸੀਂ ਗੱਲ ਕਰ ਰਹੇ ਹਾਂ। ਹੁਣ ਖਜੂਰਾਂ ਦੀ ਗੱਲ ਕਰਨ ਤੋਂ ਪਹਿਲਾਂ ਮੈਂ ਦੱਸਾਂ, ਈਰਾਨ, ਇਰਾਕ, ਅਰਬ ਤੇ ਈਜਿਪਟ ਵਿੱਚ ਸਦੀਆਂ ਤੋਂ ਇਹ ਲਿਖਤੀ ਵੀ ਮਿਲਦਾ ਜੇ, ਪੁਰਾਣੇ ਸਮਿਆਂ ਦਾ ਵੀ ਸਾਨੂੰ ਮਿਲਦਾ ਕਿ ਇਹ ਦੁੱਧ, ਬੱਚਿਆਂ ਨੂੰ ਦੁੱਧ ਵਿੱਚ ਉਬਾਲ ਕੇ ਦਿੱਤਾ ਜਾਂਦਾ ਸੀ। ਚੇਤੇ ਹੋਵੇ ਤਾਂ ਸਾਡੇ ਵੀ ਦਾਦੀਆਂ ਨਾਨੀਆਂ ਦੇ ਇਹ ਚੀਜ਼ ਬੜੀ ਆਮ ਅੱਜ ਕੱਲ ਵੀ ਵਿਆਹ ਤੋਂ ਬਾਅਦ, ਇਹ ਉਹਨਾਂ ਸਮਿਆਂ ਤੋਂ, ਯਾਨੀ ਜੋ 1000 ਸਾਲ ਪਹਿਲਾਂ ਤੋਂ ਚੀਜ਼ ਚੱਲ ਰਹੀ ਸੀ ਜੀ, ਹੁਣ ਤੱਕ ਵੀ ਵਿਆਹ ਦੇ ਮੌਕੇ ਛੁਹਾਰੇ ਜਾਂ ਯਾਨੀ ਖਜੂਰਾਂ ਨੂੰ, 2 ਖਜੂਰਾਂ ਉਬਾਲ ਕੇ ਗਰਮ ਦੁੱਧ ਵਿਆਹੇ ਜੋੜੇ ਨੂੰ ਪਹਿਲੇ ਦਿਨ ਜਦੋਂ ਦਿੰਦੇ ਨੇ, ਉਹਦਾ ਮਕਸਦ ਸਮਝੋ ਕਿ ਇਹ ਸੋਚਿਆ ਜਾਂਦਾ ਸੀ ਕਿ ਇਹਦੀ ਮਰਦਾਨਾ ਕਮਜ਼ੋਰੀ ਜਾਂ ਠੰਡੀਆਂ ਔਰਤਾਂ ਵਾਸਤੇ ਇਹ ਵਰਤਿਆ ਜਾਂਦਾ ਰਿਹਾ। ਇਸੇ ਤਰ੍ਹਾਂ ਬੱਚਿਆਂ ਨੂੰ ਕਿਉਂ ਦਿੱਤਾ ਜਾਂਦਾ ਸੀ ਕਿ ਉਹਨਾਂ ਨੂੰ ਢੇਰ ਸਾਰੀਆਂ ਕੈਲਰੀਆਂ, ਲੋਹ ਕਣ, ਵਿਟਾਮਿਨ ਪਹੁੰਚਣ ਨਾਲ ਉਹਨਾਂ ਨੂੰ ਇੱਕ ਤਰੀਕੇ ਲਗਭਗ ਸੰਪੂਰਨ ਖੁਰਾਕ ਬਣ ਜਾਂਦੀ ਸੀ ਜੀ। ਇਹਦਾ ਇਤਿਹਾਸ ਇੰਨਾ ਪੁਰਾਣਾ ਹੈ ਕਿ ਤੁਸੀਂ ਹੈਰਾਨ ਹੋਵੋਗੇ ਕਿ ਮੰਮੀਆਂ ਜਦੋਂ ਲੱਭੀਆਂ ਗਈਆਂ ਸੀ, ਉਹਨਾਂ ਨਾਲ ਵੀ ਉਹਨਾਂ ਦੇ ਛੁਹਾਰੇ ਜਾਂ ਖਜੂਰ ਦੇ ਕਹਿ ਲਓ ਅੰਸ਼ ਉਹਨਾਂ ਦੇ ਦੰਦਾਂ ਦੇ ਵਿੱਚੋਂ ਲੱਭੇ। ਯਾਨੀ ਉਹਨਾਂ ਸਮਿਆਂ ਵਿੱਚ ਵੀ ਇਹ ਰਾਜੇ ਮਹਾਰਾਜਿਆਂ ਦੀ ਇੱਕ ਬਿਹਤਰੀਨ ਖੁਰਾਕ ਮੰਨੀ ਜਾਂਦੀ ਸੀ। ਠੀਕ ਹੈ। ਹੁਣ ਇਸੇ ਤਰ੍ਹਾਂ ਬਜ਼ੁਰਗਾਂ ਵਾਸਤੇ ਕਮਾਲ ਦੀ ਗੁਣਕਾਰੀ ਇਹ ਸਾਬਤ ਹੋ ਚੁੱਕੀ ਹੈ ਕਿ ਥੋੜੀ ਮਾਤਰਾ ਵਿੱਚ ਖਾਣ ਨਾਲ ਵੀ ਉਹਨਾਂ ਨੂੰ ਸਾਰਾ ਕੁਝ ਉਹ ਲੋੜੀਂਦੀ ਚੀਜ਼ ਪਹੁੰਚ ਜਾਂਦੀ ਹੈ ਜਿਹੜੀ ਉਹਨਾਂ ਦੇ ਸਰੀਰ ਨੂੰ ਚਾਹੀਦੀ ਹੈ। ਇਹ ਮੈਂ ਆਪਾਂ ਫਾਇਦੇ ਦੱਸਣ ਤੋਂ ਬਾਅਦ ਮੈਂ ਬੇਨਤੀ ਕਰਾਂਗੀ, ਕਿਉਂਕਿ ਕਈ ਫੋਨ ਆਉਂਦੇ ਨੇ ਜੀ ਅਸੀਂ ਅੱਧਾ ਪ੍ਰੋਗਰਾਮ ਸੁਣਿਆ ਤੇ ਹੁਣ ਦੱਸੋ ਅਸੀਂ ਕਿੰਨੀ ਖਾਈਏ, ਤਾਂ ਮੈਂ ਜਾਣ ਬੁੱਝ ਕੇ ਅੰਤ ਵਿੱਚ ਰੱਖ ਰਹੀ ਹਾਂ ਕਿ ਖਜੂਰ ਦੇ ਮਾੜੇ ਅਸਰ ਵੀ ਬਹੁਤ ਸਾਰੇ ਤੇ ਬੜੇ ਤਗੜੇ ਹੁੰਦੇ ਜੇ। ਤਾਂ ਪੂਰਾ ਪ੍ਰੋਗਰਾਮ ਸੁਣਨ ਦੀ ਖੇਚਲ ਕਰਿਓ ਕਿ ਪਹਿਲੇ ਹਾਫ ਵਿੱਚ ਅਸੀਂ ਫਾਇਦੇ ਸੁਣਾ ਰਹੇ ਹਾਂ, ਪਰ ਇਹਦੇ ਮਾੜੇ ਅਸਰ ਸੁਣੇ ਬਗੈਰ ਇਹਨੂੰ ਨਾ ਭਰ ਕੇ ਕੌਲੀਆਂ ਖਾਇਓ। ਸੋ ਪਹਿਲਾਂ ਇਹਦਾ ਮਾੜੇ ਅਸਰ ਪੂਰੇ ਵੀ ਸਮਝ ਲਿਓ ਜੀ ਜੀ। ਹੁੰਦਾ ਕੀ ਜੇ ਕਿ ਇਸ ਖਜੂਰ ਦੇ ਵਿੱਚ ਫਾਈਬਰ ਬੇਤਹਾਸ਼ਾ ਜੇ ਜੀ। ਇਹਦਾ ਮਤਲਬ ਜੇ ਕਿ ਜਿਨ੍ਹਾਂ ਨੂੰ ਕਬਜ਼ ਹੋਵੇ ਤਾਂ ਇਹ ਸਟੱਡੀ ਹੋਈ ਸੀ, ਜਿਹੜੀ ਖੋਜ ਕੀਤੀ ਗਈ ਸੀ, ਉਹਦੇ ਵਿੱਚ ਇਹ ਅਸਰ ਵੇਖਿਆ ਗਿਆ ਕਿ ਜਿੰਨਾ ਦਵਾਈ ਦੇ ਨਾਲ ਅਸਰ ਹੋਇਆ, ਲਗਭਗ ਓਨਾ ਹੀ ਅਸਰ ਖਜੂਰ ਨਾਲ ਹੋਇਆ, ਜਿਹਦੇ ਵਿੱਚ ਖਜੂਰਾਂ ਨੂੰ ਰਾਤ ਭਰ ਭਿਉਂ ਕੇ ਸਵੇਰੇ
ਤਾਂ ਗਿਲਾਸ ਭਰ ਕੇ ਪਾਣੀ ਦੇ ਨਾਲ, ਕੋਸੇ ਪਾਣੀ ਨਾਲ ਜਿਹੜੇ ਇਹ ਖਾਂਦੇ ਸਨ, ਤਾਂ ਵੇਖਿਆ ਗਿਆ ਕਿ 3 ਹਫ਼ਤਿਆਂ ਦੇ ਬਾਅਦ ਇਹਨਾਂ ਦੀ ਕਬਜ਼ ਦੇ ਵਿੱਚ ਫਰਕ ਪੈਣਾ ਸ਼ੁਰੂ ਹੋ ਗਿਆ। ਠੀਕ ਹੈ। ਹੁਣ ਇਹ ਚੀਜ਼ ਜੋ ਖੋਜ ਦੇ ਉੱਤੇ ਆਧਾਰਿਤ ਸੀ, ਇਹਨਾਂ ਵਾਸਤੇ ਬਿਲਕੁਲ ਇੰਝ ਹੀ ਲਹੂ ਦੀ ਕਮੀ ਕਿਉਂ ਇਹ ਬੱਚਿਆਂ ਵਿੱਚ ਦਿੱਤੇ ਜਾਂਦੀ ਸੀ ਤੇ ਬਜ਼ੁਰਗਾਂ ਵਿੱਚ ਖਾਸ ਤੌਰ ਤੇ। ਹਾਂਜੀ। ਉਦੋਂ ਡਾਈਟ ਬਹੁਤੀ ਜ਼ਿਆਦਾ ਬੰਦੇ ਨਹੀਂ ਖਾ ਸਕਦੇ, ਸੋ ਥੋੜੀ ਮਾਤਰਾ ਵਿੱਚ ਕੰਸਨਟ੍ਰੇਟਡ ਜਿਹੜੀ ਡਾਈਟ ਹੁੰਦੀ ਹੈ, ਜੋ ਲਹੂ ਦੀ ਕਮੀ ਨੂੰ ਵੀ ਹੌਲੀ ਹੌਲੀ ਠੀਕ ਕਰਦੀ ਹੈ ਤੇ ਕਮਜ਼ੋਰੀ ਵੀ ਰਫੂ ਚੱਕਰ ਕਰ ਦਿੰਦੀ ਹੈ। ਯਾਨੀ ਬਜ਼ੁਰਗਾਂ ਨੂੰ ਠੀਕ ਰੱਖੇਗੀ ਤੇ ਬੱਚਿਆਂ ਨੂੰ ਥੋੜੀ ਖੁਰਾਕ ਵਿੱਚ ਪੂਰਾ ਕੁਝ ਮਿਲ ਜਾਂਦਾ, ਕਿਉਂਕਿ ਇਹਦੇ ਅੰਦਰ ਗਲੂਕੋਜ਼, ਸੁਕਰੋਜ਼, ਫਰਕਟੋਜ਼ ਯਾਨੀ ਮਿੱਠਾ ਬੇਅੰਤ ਹੈ, ਜਿਸ ਨੇ ਇਹਨੂੰ ਥਕਾਨ ਨੂੰ ਇਮੀਡੀਏਟਲੀ ਇੰਪਰੂਵ ਕਰਦੀ ਹੈ। ਯਾਨੀ ਕਾਫੀ ਦੌੜ ਕੇ ਤੁਸੀਂ ਆਏ ਹੋਵੋ, ਕਸਰਤ ਕੇ ਆਏ ਹੋਵੋ, ਤਾਂ ਇੱਕਦਮ ਜਾਂ ਸਾਰੇ ਦਿਨ ਦੀ ਤੁਸੀਂ ਮਿਹਨਤ ਕਰਕੇ ਆਏ ਹੋ, ਦਫ਼ਤਰੋਂ ਥੱਕ ਕੇ ਆਏ ਹੋ, ਤਾਂ ਉਦੋਂ ਤੁਸੀਂ ਜੇ ਇਹ 4 ਖਜੂਰਾਂ ਤਾਜ਼ੀਆਂ ਤੁਸੀਂ ਪਾਣੀ ਦੇ ਨਾਲ, ਕੋਸੇ ਪਾਣੀ ਨਾਲ ਲੈ ਲਵੋ, ਤਾਂ ਤੁਹਾਨੂੰ ਇੱਕਦਮ ਹਿੰਮਤ ਆ ਜਾਂਦੀ ਹੈ। ਇਸੇ ਤਰ੍ਹਾਂ ਜਿਨ੍ਹਾਂ ਦਾ ਭਾਰ ਘੱਟ ਹੋਏ, ਕਾਫੀ ਲੋਕ ਨੇ ਜਿਹੜੇ ਭਾਰ ਵਧਾਉਣਾ ਚਾਹੁੰਦੇ ਨੇ ਕਿ ਮੈਂ ਕਾਫੀ ਸਲਿਮ ਆ, ਹਾਂਜੀ, ਰੈਗੂਲਰ ਤੌਰ ਤੇ ਰੋਜ਼ ਦੀਆਂ ਉਹਨਾਂ ਨੂੰ ਟਰਾਈ ਕੀਤਾ ਗਿਆ ਕਿ ਇਹਨਾਂ ਨੂੰ 10 ਖਜੂਰਾਂ ਹਰ ਰੋਜ਼ ਦਿੱਤੀਆਂ ਗਈਆਂ। ਠੀਕ ਹੈ। 3 ਮਹੀਨੇ ਬਾਅਦ ਦੇਖਿਆ ਗਿਆ ਕਿ ਉਹਨਾਂ ਦੇ ਵਜ਼ਨ ਵਿੱਚ ਇੰਪਰੂਵਮੈਂਟ ਆਈ, ਪਰ ਮੈਂ ਨਾਲੋਂ ਨਾਲ ਦੱਸ ਦਿਆਂ, ਕੱਲੀਆਂ ਖਜੂਰਾਂ ਨਹੀਂ, ਉਹਨਾਂ ਨੂੰ ਰੈਗੂਲਰ ਕਸਰਤ ਕਰਵਾਈ ਗਈ ਕਿ 1 ਘੰਟਾ ਰੈਗੂਲਰ ਜੋਗਿੰਗ ਜਾਂ ਰਨਿੰਗ ਇਹ ਤੁਸੀਂ ਕਰੋ ਜਾਂ ਸਾਈਕਲਿੰਗ ਜੀ, ਤੇ ਨਾਲ ਪੱਠਿਆਂ ਦੀ ਕਸਰਤ, ਜਿਸ 'ਚ ਮੈਂ ਇਹ ਨਹੀਂ ਕਹਿ ਰਹੀ ਕਿ 10 ਕਿਲੋ ਦਾ ਵਜ਼ਨ ਚੁੱਕ ਲਓ, ਮਤਲਬ ਭਾਵੇਂ ਤੁਸੀਂ 8 ਕਿਤਾਬਾਂ ਜਾਂ 5 ਕਿਤਾਬਾਂ ਚੁੱਕ ਕੇ ਆਪਣੀਆਂ ਬਾਹਾਂ ਉੱਤੇ ਥੱਲੇ ਜਾਂ ਕਿਤਾਬਾਂ ਚੁੱਕ ਕੇ ਬੈਠੋ, ਫਿਰ ਖੜੇ ਹੋਵੋ, ਯਾਨੀ ਪੱਠੀ ਵੱਖਰੀ ਕਸਰਤ ਤੇ ਨਾਲ ਤੁਸੀਂ ਰਨਿੰਗ ਜਾਂ ਜੋਗਿੰਗ ਜਾਂ ਸਾਈਕਲਿੰਗ ਇਹ ਕਰਦੇ ਰਹੋ ਤੇ ਨਾਲ ਇਹ ਖਜੂਰਾਂ ਖਾਣ ਨਾਲ weight gain ਦੀ ਉਹਨਾਂ ਨੂੰ ਜਿਹੜਾ ਨਾਰਮਲ ਵੇਖਿਆ ਗਿਆ ਜੀ। ਹੁਣ ਮੈਂ ਸ਼ੁਰੂ 'ਚ ਹੀ ਗੱਲ ਕੀਤੀ ਸੀ ਕਿ ਮਰਦਾਨਾ ਕਮਜ਼ੋਰੀ ਲਈ ਵਰਤੀਆਂ ਜਾਂਦੀਆਂ ਵਿੱਚ ਜੋ ਪਹਿਲਾਂ ਨੁਸਖੇ ਜੋ ਪੁਰਾਣੇ ਸਮੇਂ ਦੇ ਹਕੀਮ ਵਰਤਦੇ ਸਨ, ਹਾਂਜੀ, ਉਹਦੇ ਵਿੱਚ 1 ਮੁੱਠੀ ਖਜੂਰਾਂ ਨੂੰ ਰਾਤ ਭਰ ਬੱਕਰੀ ਦੇ ਦੁੱਧ 'ਚ ਭਿਓ ਕੇ ਰੱਖਿਆ ਜਾਂਦਾ ਸੀ ਜੀ। ਫਿਰ ਫੇਹ ਕੇ ਦੁੱਧ ਵਿੱਚ ਚੰਗੀ ਤਰ੍ਹਾਂ ਘੋਟ ਕੇ ਵਿੱਚ 1 ਚਮਚ ਸ਼ਹਿਦ ਤੇ 2 ਲਾਚੀਆਂ ਪਾ ਕੇ ਇਹਨੂੰ ਦਿੱਤੀ ਜਾਂਦੀ ਸੀ। ਪੁਰਾਣੇ ਸਮੇਂ ਦੇ ਹਕੀਮਾਂ ਦਾ ਮੈਂ ਤੁਹਾਨੂੰ ਦੱਸ ਰਹੀ ਹਾਂ ਜੀ। ਦੁਬਾਰਾ ਦੁਹਰਾ ਦਿੰਨੀ ਆ, 1 ਮੁੱਠੀ ਖਜੂਰਾਂ ਨੂੰ ਰਾਤ ਭਰ ਬੱਕਰੀ ਦੇ ਦੁੱਧ 'ਚ ਭਿਓ ਕੇ ਰੱਖਿਆ ਜਾਂਦਾ ਸੀ। ਸਵੇਰੇ ਫੇਹ ਕੇ ਉਹਨਾਂ ਨੂੰ ਫਿਰ ਦੁੱਧ 'ਚ ਚੰਗੀ ਤਰ੍ਹਾਂ ਘੋਟ ਕੇ 1 ਚਮਚ ਸ਼ਹਿਦ, 2 ਲਾਚੀਆਂ ਨਾਲ ਤਿਆਰ ਕੀਤੀ ਇਹ ਖੁਰਾਕ ਸੀ ਜੀ। ਇਹ ਆਲਮੋਸਟ ਤੁਸੀਂ ਦੇਖ ਲਓ ਕਿ ਘੱਟੋ ਘੱਟ 200 ਸਾਲ ਇਹ ਚੱਲੀ ਗਿਆ, ਇਸੇ ਤਰ੍ਹਾਂ ਹੀ ਇਹ ਖਵਾਇਆ ਜਾਂਦਾ ਰਿਹਾ, ਜਦ ਤੱਕ ਕਿ ਫਿਰ ਮੈਡੀਕਲ ਖੋਜ ਨੇ ਸਾਬਤ ਨਹੀਂ ਕੀਤਾ ਕਿ ਉਹ ਸਾਈਕੋਲੋਜੀਕਲ ਸੀ ਸਾਰਾ ਕੁਝ। ਇਹ ਅਸਰ ਦਰਅਸਲ ਆਪਣੇ ਦਿਮਾਗੀ ਨੁਕਸ ਦੇ ਵਿੱਚ ਹੀ ਹੈ ਕਿ ਮੈਂ ਸ਼ਾਇਦ ਮੇਰੇ 'ਚ ਕਮਜ਼ੋਰੀ ਹੈ, ਮੇਰੇ 'ਚ ਨੁਕਸ ਪੈ ਗਿਆ, ਮੈਂ ਮੈਸਟਰਬੇਸ਼ਨ ਕੀਤੀ ਹੈ, ਸਾਰੇ ਯਾਨੀ ਬਣਾਏ ਗਏ ਸਨ ਕਿਸੇ ਨੂੰ ਕਿ ਮਰਦਾਨਾ ਕਮਜ਼ੋਰੀ ਦੇਣਗੇ, ਜਦਕਿ ਇਹੋ ਜਿਹੀ ਚੀਜ਼ ਨਹੀਂ ਸੀ ਜੀ। ਸੋ ਇਹ ਸਿਰਫ ਤੁਹਾਨੂੰ ਸਾਈਕੋਲੋਜਿਕਲੀ ਇੰਪਰੂਵ ਕਰ ਦਿੰਦੀ ਹੈ ਕਿ ਹਾਂਜੀ ਮੇਰੀ ਸਾਰਾ ਕੁਝ ਇੰਪੋਰਟੈਂਸ ਠੀਕ ਹੋ ਗਈ ਤੇ ਬੰਦਾ ਠੀਕ ਹੋ ਜਾਂਦਾ। ਅਦਰਵਾਈਜ਼ ਮੈਡੀਕਲੀ ਖੋਜਾਂ ਰਾਹੀਂ ਇਸ ਚੀਜ਼ ਦਾ ਅਸਰ ਨਹੀਂ ਦੇਖਿਆ ਗਿਆ ਜੀ। ਹੁਣ ਅਸਲ 'ਚ ਜਿਹੜੇ ਇਹਦੇ ਵਿਚਲੇ ਖਜੂਰ ਵਿਚਲੇ ਪ੍ਰੋਟੀਨ, ਫਾਈਬਰ, ਲੋਹ ਕਣ ਤੇ ਮਿਨਰਲ ਇੰਨੇ ਤਗੜੇ ਨੇ ਕਿ ਸ਼ਰਾਬੀ ਨਸ਼ੇ ਵਿੱਚ ਗੜੁੱਚ ਹੋ ਕੇ ਯਾਨੀ ਅਗਲੇ ਦਿਨ ਸਵੇਰੇ ਹੋਸ਼ 'ਚ ਨਾ ਪਰਤ ਰਿਹਾ ਹੋਵੇ ਤਾਂ ਉਹਦੇ ਤੋਂ ਉਹਨਾਂ ਵਾਸਤੇ ਖਜੂਰਾਂ ਤੋਂ ਬਣੀਆਂ ਦਵਾਈਆਂ ਅੱਜ ਕੱਲ੍ਹ ਮਾਰਕੀਟ 'ਚ ਨੇ ਜੋ ਕਾਫੀ ਮਹਿੰਗੀਆਂ ਨੇ ਜੀ। ਤੇ ਉਹ ਥਾਂ ਤੇ ਜੇ ਤੁਸੀਂ ਰੈਗੂਲਰ ਜਿਵੇਂ ਇਸ ਤਰ੍ਹਾਂ ਦੇ ਜਿਹੜੇ ਸ਼ਰਾਬੀ ਨਹੀਂ ਹੋਸ਼ 'ਚ ਆ ਰਹੇ, ਉਹਨਾਂ ਲਈ ਖਜੂਰ ਹੀ ਸਵੇਰ ਵੇਲੇ 4 ਖਵਾਈਆਂ ਜਾਣ ਤਾਂ ਉਹ ਥੋੜਾ ਜਿਹਾ ਜਾਂ ਉਬਾਲ ਕੇ ਦੁੱਧ 'ਚ ਦੇ ਦਿੱਤੀਆਂ ਜਾਣ ਤਾਂ ਉਹਨਾਂ ਨੂੰ ਉਹ ਬੈਟਰ ਹੋ ਸਕਦੇ ਨੇ। ਨਹੀਂ ਕਈ ਵਾਰ ਇੰਨੇ ਡੂੰਘੇ ਨਸ਼ੇ 'ਚ ਦੌਰੇ ਵੀ ਪੈ ਸਕਦੇ ਨੇ, ਬੇਹੋਸ਼ੀ ਹੋ ਸਕਦੀ ਹੈ, ਮੌਤ ਤੱਕ ਹੋ ਸਕਦੀ ਹੈ। ਤਾਂ ਉਹ ਯਾਨੀ ਪਹਿਲੀ ਚੀਜ਼ ਤਾਂ ਨਸ਼ਾ ਕਰਨਾ ਹੀ ਨਹੀਂ ਚਾਹੀਦਾ, ਪਰ ਜਿਹੜੇ ਕੋਈ ਇਸ ਤਰ੍ਹਾਂ ਖਰਾਬ ਹੋ ਰਹੇ ਨੇ ਉਹ ਟਰਾਈ ਕਰ ਸਕਦੇ ਨੇ, ਇਹਦੇ ਨਾਲ ਇੰਪਰੂਵਮੈਂਟ ਛੇਤੀ ਹੋ ਜਾਂਦੀ ਹੈ ਜੀ। ਤੱਕ LDL ਕੋਲੈਸਟਰੋਲ ਦੀ ਮਾਤਰਾ ਘਟਾਉਣ ਵਿੱਚ
ਇਹ ਲੈਬੋਰੇਟਰੀ 'ਚ ਟੈਸਟ ਕਰਨ ਬਾਅਦ ਸਾਬਤ ਹੋ ਚੁੱਕਿਆ ਕਿ ਖਜੂਰ LDL ਕੋਲੈਸਟਰੋਲ ਘਟਾ ਦਿੰਦੀ, ਯਾਨੀ ਚੰਗਾ ਕਰਦੀ ਹੈ ਸਰੀਰ ਲਈ। ਇਸੇ ਤਰ੍ਹਾਂ ਵਾਧੂ ਪੋਟਾਸ਼ੀਅਮ ਤੇ ਲੂਣ ਦੇ ਨਾਲ ਕੋਲੈਸਟਰੋਲ ਘਟਾਉਣ ਦਾ ਮਤਲਬ ਹੈ ਕਿ ਸਟ੍ਰੋਕ ਜਾਂ ਪਾਸਾ ਖੜਨ ਤੋਂ ਰੋਕ ਸਕਦੀ ਹੈ ਖਜੂਰ, ਜੇ ਰੈਗੂਲਰ ਵਰਤੀ ਜਾਵੇ ਜੀ। ਫਿਰ ਇਹਦੇ ਵਿੱਚ ਮਤਲਬ ਚਮੜੀ ਤੇ ਵਾਲਾਂ ਲਈ ਤੇ ਨਸਾਂ ਲਈ ਇੰਨੀ ਵਧੀਆ ਜੇ ਕਿ ਇਹਦੇ 'ਚ ਯਾਨੀ ਸਹੀ ਮਿਕਦਾਰ 'ਚ ਵਿਟਾਮਿਨ A, C, B1, B2, B3, B5 ਜੋ ਕਿ ਇਹ ਸਾਰਾ ਚਮੜੀ ਤੇ ਵਾਲਾਂ ਲਈ ਲੋੜੀਂਦੇ ਜਿੰਨੇ ਤੱਤ ਸਾਨੂੰ ਚਾਹੀਦੇ ਨੇ ਉਹ ਬਿਲਕੁਲ ਐਗਜ਼ੈਕਟ ਸਹੀ ਮਾਤਰਾ 'ਚ ਇਹਦੇ 'ਚ ਨੇ। ਤੇ ਜਿਹੜੇ ਤੁਹਾਡੇ ਹੱਥ ਪੈਰ ਸੁੰਨ ਹੋਣੇ ਆ ਉਹ ਚੀਜ਼ਾਂ ਲਈ ਵੀ ਬੜੀ ਅਸਰਦਾਰ ਜੇ। ਐਂਡ ਅੱਜ ਤੱਕ ਜਿਹੜਾ ਤੁਸੀਂ ਆਪਾਂ ਇਮਿਊਨ ਸਿਸਟਮ ਵਧਾਉਣ ਦੀ ਗੱਲ ਕਰਦੇ ਰਹੇ ਹਾਂ, ਮੇਰਾ ਖਿਆਲ ਹਲਕੀ ਪੀ ਕੇ ਆਪਾਂ ਸ਼ਾਇਦ ਅੰਤੜੀਆਂ ਹੀ ਗਾਲਤੀਆਂ ਹੋਣੀਆਂ, ਪਰ ਇਹ ਖਜੂਰਾਂ ਜਿੰਨਾ ਕਿ ਇਮਿਊਨ ਸਿਸਟਮ ਨੂੰ ਤਗੜਾ ਕਰਨਾ ਹੁੰਦਾ, ਜਿੰਨੇ ਕ ਅਮਾਈਨੋ ਐਸਿਡ ਨੇ ਜੀ, 3 ਖਜੂਰਾਂ ਰੋਜ਼ ਦੀਆਂ ਵੀ ਜੇ ਖਾ ਲਈਆਂ ਜਾਣ ਤਾਂ ਤੁਹਾਡਾ ਇਮਿਊਨ ਸਿਸਟਮ ਨੂੰ ਤਗੜਾ ਕਰਨ ਲਈ ਬਥੇਰੀਆਂ ਹੁੰਦੀਆਂ ਜੀ 3 ਖਜੂਰਾਂ ਜੀ। ਹੁਣ ਬੱਚਿਆਂ ਨੂੰ ਅਸੀਂ ਦੇਖੋ ਆਮ ਤੌਰ ਤੇ ਕਹਿੰਦੇ ਹਾਂ ਮਿੱਠਾ ਨਹੀਂ ਖਾਣਾ, ਉਹਨਾਂ ਦੇ ਦੰਦ ਖਰਾਬ ਨਾ ਹੋ ਜਾਣ, ਕੂੜਾ ਹੋ ਸਕਦੀਆਂ ਨੇ ਜੀ। ਇਹ ਯਾਨੀ ਕਮਾਲ ਕੁਦਰਤ ਦਾ ਮੈਂ ਸਿਰਫ ਦੱਸਣਾ ਚਾਹੁੰਦੀ ਹਾਂ ਕਿ ਅਸੀਂ ਫਲੋਰੀਨ ਵਰਤਦੇ ਹਾਂ ਕਿ ਖੋੜਾ ਨਾ ਹੋਣ। ਕੁਦਰਤ ਨੇ ਜੇ ਫਲ ਵਿੱਚ ਮਿੱਠਾ ਪਾਇਆ ਤੇ ਨਾਲੋਂ ਨਾਲ ਫਲੋਰੀਨ ਵੀ ਪਾ ਕੇ ਦਿੱਤੀ ਹੈ ਕਿ ਭਾਈ ਜੀ ਇਹ ਖਾ ਲਓ ਤਾਂ ਬੱਚਿਆਂ ਦੇ ਦੰਦਾਂ 'ਚ ਖੋੜਾ ਨਹੀਂ ਜੇ ਹੋਣਗੀਆਂ। ਮਿੱਠੀ ਵੀ ਹੈ ਫਿਰ ਵੀ ਇਹਦੇ ਅੰਦਰਲੀ ਜੋ ਫਲੋਰੀਨ ਦੀ ਮਾਤਰਾ ਹੈ ਉਹ ਦੰਦ ਸਿਹਤਮੰਦ ਰੱਖਣ ਲਈ ਵੀ ਬਾ ਕਮਾਲ ਅਸਰ ਦਿਖਾਉਂਦੀ ਜੇ। ਰੇਅਰ ਹੁੰਦਾ ਜੇ ਇਹੋ ਜਿਹੀ ਚੀਜ਼, ਪਤਾ ਨਹੀਂ ਕਿਵੇਂ ਕੁਦਰਤ ਨੇ ਸਭ ਬੈਲੈਂਸ ਬਿਠਾਇਆ ਹੁੰਦਾ ਜੇ ਮਿੱਠਾ ਵੀ ਦੇ ਦਿੱਤਾ, ਸਵਾਦ ਵੀ ਦੇ ਦਿੱਤਾ ਤੇ ਦੰਦ ਵੀ ਬਚਾ ਲਏ। ਇਹ ਇਨਸਾਨ ਨਹੀਂ ਬਣਾ ਸਕਿਆ ਪਰ ਕੁਦਰਤ ਨੇ ਬਣਾ ਕੇ ਦੇ ਦਿੱਤੀ ਹੈ। ਦੇਖੋ ਅੰਤੜੀਆਂ ਦੇ ਕੈਂਸਰ ਵਿੱਚ ਮੁੱਢਲੀ ਅਜੇ ਤੱਕ ਕਿਉਂਕਿ ਸਿਰਫ 2 ਖੋਜਾਂ ਹੋਈਆਂ ਨੇ, ਇਹਦੇ ਲਈ 100% ਅਸਰ ਮੈਂ ਨਹੀਂ ਕਹਿ ਸਕਦੀ ਕਿਉਂਕਿ ਵਿਗਿਆਨ ਬਹੁਤ ਵਿਸ਼ਾਲ ਹੈ। ਅੱਜ ਦੇ ਦਿਨ ਦੀਆਂ ਖੋਜਾਂ ਜਾਂ ਕੱਲ ਦੇ ਦਿਨ ਕੋਈ ਨਵੀਂ ਖੋਜ ਹੋ ਸਕਦਾ ਉਹਦਾ ਅਸਰ ਘੱਟ ਜਾਂ ਵੱਧ ਦਿਖਾਏ। ਬਹੁਤੀਆਂ ਮੈਂ ਜੋ ਤੁਹਾਨੂੰ ਫਾਇਦੇ ਦੱਸੇ ਨੇ ਉਹ ਨੇ ਜਿਹੜੀਆਂ ਕਿਸੇ 'ਚ 40 ਖੋਜਾਂ ਹੋ ਗਈਆਂ, ਕਿਸੇ 'ਚ 45 ਖੋਜਾਂ ਜਾਂ ਕਾਫੀ ਵੱਧ ਖੋਜਾਂ ਜਿਨ੍ਹਾਂ ਦੇ ਸਾਨੂੰ ਲੱਗਦਾ ਕਿ ਇਹ ਸਾਰੀਆਂ ਦੇ ਲਗਭਗ ਇੱਕੋ ਜਿਹੇ ਅਸਰ ਨੇ ਤਾਂ ਇਹ ਅਸਰ ਦਿਸਣਗੇ। ਪਰ ਅੰਤੜੀਆਂ ਦੇ ਕੈਂਸਰ ਨੂੰ ਰੋਕਣ ਵਾਲੀਆਂ ਸਿਰਫ 2 ਖੋਜਾਂ ਹੋਈਆਂ ਨੇ, ਯਾਨੀ ਮੁੱਢਲੀਆਂ ਖੋਜਾਂ, ਜਿਹਦੇ ਵਿੱਚ ਇਹਦਾ ਰੋਲ ਚੰਗਾ ਦਿਸਿਆ ਕਿਉਂਕਿ ਇਹਦੇ 'ਚ ਫਾਈਬਰ ਵੀ ਹੈ, ਜ਼ਰੂਰੀ ਤੱਤ ਵੀ ਨੇ ਜਿਹੜੇ ਨਾਟੇ ਅੰਸ਼ ਨੂੰ ਅੰਦਰੋਂ ਅੰਤੜੀਆਂ 'ਚੋਂ ਸਾਫ਼ ਕਰਦੇ ਰਹਿੰਦੇ ਨੇ। ਪਰ ਕਿਉਂਕਿ ਇਹ ਸ਼ੁਰੂਆਤੀ ਖੋਜ ਰੋਲ ਇਹਦਾ ਵਧੀਆ ਲੱਭਿਆ ਜਾ ਚੁੱਕਿਆ, ਪਰ ਕਿੰਨੀ ਮਾਤਰਾ 'ਚ ਖਾਧੀਆਂ ਜਾਣ, ਕਿੰਨੀ ਦੇਰ ਖਾਧੀਆਂ ਜਾਣ, ਕਿਹੜੀਆਂ ਪਰਹੇਜ਼ ਕੀਤਾ ਜਾਵੇ, ਇਹ ਹਾਲੇ ਤੱਕ ਸਟੱਡੀ ਮੁਕੰਮਲ ਨਹੀਂ ਹੋਈ। ਚੱਲ ਰਹੀ ਹੈ ਖੋਜ ਦਾ ਮਤਲਬ ਹੈ ਕਿ ਉਹਨਾਂ ਨੇ ਬਾਹਰਲੀਆਂ ਸਾਰੀਆਂ ਯਾਨੀ ਬਹੁਤ ਜ਼ਿਆਦਾ ਮਿਰਚਾਂ ਵਾਲੀ ਮਸਾਲਿਆਂ ਵਾਲੀਆਂ ਚੀਜ਼ਾਂ ਬੰਦ ਕੀਤੀਆਂ, ਤਲੀਆਂ ਚੀਜ਼ਾਂ ਬੰਦ ਕੀਤੀਆਂ, ਫਾਸਟ ਬੰਦ ਕੀਤੇ ਤੇ ਫਿਰ ਨਾਲ ਇਹ ਖਜੂਰਾਂ ਵੀ ਦਿੰਦੇ ਰਹੇ, ਨਾਲ ਸਬਜ਼ੀਆਂ ਵੀ ਦਿੱਤੀਆਂ। ਤਾਂ ਉਹਨਾਂ ਕੇਸਿਸ ਵਿੱਚ ਜਿਨ੍ਹਾਂ 'ਚ ਫੈਮਿਲੀ ਦੇ ਵਿੱਚ ਚੱਲ ਰਿਹਾ ਕੈਂਸਰ ਸੀ ਉਹਨਾਂ ਵਿੱਚ ਇਹ ਖਾਣ ਵਾਲਿਆਂ ਨੂੰ ਦੇਖਿਆ ਗਿਆ ਕਿ ਜਿਹਦੇ ਵਿੱਚ ਇਹ ਇੱਕ ਸਟੱਡੀ ਵਿੱਚ ਉਹਨਾਂ ਨੇ 10 ਰੋਜ਼ ਦੀਆਂ ਖਵਾਈਆਂ ਸੀ, ਇੱਕ ਵਿੱਚ ਉਹਨਾਂ ਨੇ ਇੱਕ ਦਿਨ ਛੱਡ ਕੇ 20 ਖਜੂਰਾਂ ਖਵਾਈਆਂ, ਯਾਨੀ ਇਹ 2 ਚੀਜ਼ਾਂ ਵੱਖੋ ਵੱਖਰੀਆਂ ਸੀ। ਤਾਂ ਉਹਦੇ ਵਿੱਚ ਮੁੱਢਲੀ ਖੋਜ ਨੇ ਇਹੋ ਰਿਸਰਚ ਨੇ ਕੱਢਿਆ ਕਿ ਇਹ ਅੰਤੜੀਆਂ ਦੇ ਕੈਂਸਰ ਨੂੰ ਹੋਣ ਤੋਂ ਰੋਕਦੀ ਜੇ। ਜਿਹੜੀ ਖੋਜ ਸਾਬਤ ਹੋ ਚੁੱਕੀ ਉਹ ਇਹ ਹੈ ਕਿ ਅੰਧਰਾਤਾ ਜਾਂ ਰਾਤ ਨੂੰ ਨਾ ਦਿਸਣਾ, ਨਜ਼ਰ ਦੀ ਰੋਸ਼ਨੀ ਠੀਕ ਕਰਨ ਵਿੱਚ ਖਜੂਰ ਵਿਚਲਾ ਵਿਟਾਮਿਨ A ਕੁਦਰਤ ਨੇ ਸੰਪੂਰਨ ਪਾ ਕੇ ਦਿੱਤਾ ਹੋਇਆ। ਯਾਨੀ ਜੇ ਅਸੀਂ ਰੈਗੂਲਰ ਤੌਰ ਤੇ ਬੱਚਿਆਂ ਨੂੰ, ਬਜ਼ੁਰਗਾਂ ਨੂੰ ਜਾਂ ਨੌਜਵਾਨ ਸਾਰੇ ਖਾਂਦੇ ਰਹਿਣ ਤਾਂ ਨਿਗਾਹ ਤਾਂ ਹਰ ਹਾਲ ਠੀਕ ਰਹਿਣੀ ਹੈ। ਵਿਟਾਮਿਨ A ਕਾਫੀ ਹੈ। ਇਹ ਸਾਬਤ ਹੋਏ ਤੱਥ ਨੇ ਕਿ ਇਹ ਵਾਕਈ ਦਰਅਸਲ ਮਿਡ ਡੇ ਮੀਲ ਦੇ ਵਿੱਚ ਅਸੀਂ ਚਾਹੁੰਦੇ ਹੁੰਦੇ ਹਾਂ ਕਿ ਬੱਚੇ ਨੂੰ ਸੰਪੂਰਨ ਖੁਰਾਕ ਮਿਲੇ ਜੋ ਕਿ ਦੇਸੀ ਘਿਓ ਦੀਆਂ ਵੇਸਣ ਦੀਆਂ ਬਣੀਆਂ ਹੋਈਆਂ ਪਿੰਨੀਆਂ ਹੋਣ ਤੇ ਜਿਸ ਵਿੱਚ ਨਾਲ ਜੇ ਖਜੂਰਾਂ ਵੀ ਸ਼ਾਮਲ ਕਰ ਲਈਆਂ ਜਾਣ ਕਿ 2 ਖਜੂਰਾਂ ਤੇ 1 ਪਿੰਨੀ, ਤਾਂ ਇੱਕ ਸਮਝ ਲਓ ਬੱਚੇ ਲਈ ਲਗਭਗ ਸੰਪੂਰਨ ਖੁਰਾਕ ਉਸੇ ਵਿੱਚ ਮਿਲ ਜਾਂਦੀ ਹੈ, ਸੰਤੁਲਿਤ ਖੁਰਾਕ ਮਿਲ ਜਾਂਦੀ ਹੈ। ਹੁਣ ਆਖਰ ਖਜੂਰ ਨੂੰ ਕਿਵੇਂ ਲੱਭੀਏ ਕਿ ਬਿਹਤਰ ਹੈ, ਤੁਸੀਂ ਕਿਹੜੀ ਲੈਣੀ ਚਾਹੁੰਦੇ ਹੋ? ਕਿਉਂਕਿ ਅੱਜ ਕੱਲ ਇੰਨੀ ਪਾਲਿਸ਼ ਵੀ ਕਰ ਦਿੱਤੀ ਜਾਂਦੀ ਹੈ,
ਫਿਰ ਉਹਦੇ ਬਹੁਤ ਵਿੱਚ ਵੈਰਾਈਟੀ ਹੈ ਜੀ। ਜੀ ਉਹ ਫਿਰ ਜਾਂ ਕੋਈ ਬਿਲਕੁਲ ਸੁੱਕੀ ਹੁੰਦੀ ਹੈ, ਕੋਈ ਬਹੁਤ ਫੁੱਲਵੀਂ ਹੁੰਦੀ ਹੈ। ਸੋ ਖੰਡ ਚਾੜ ਕੇ ਬਹੁਤ ਸਾਰੀਆਂ ਮਿਲ ਰਹੀਆਂ ਨੇ ਅੱਜ ਕੱਲ। ਇੱਕ ਫਰਦ ਆ ਰਹੀ ਹੈ ਜੋ ਕਿ ਇੰਪੋਰਟਡ ਉਧਰੋਂ ਮਿਲ ਰਹੀ ਹੈ, ਉਹਨਾਂ ਵਿੱਚ ਟੈਸਟਡ ਹੈ ਕਿ ਇਹਦੇ ਚ ਨਹੀਂ ਐਕਸਟਰਾ ਸ਼ੂਗਰ ਪਾਈ ਹੋਈ। ਸੋ ਉਹ ਚੀਜ਼ਾਂ ਦਾ ਖਾਸ ਖਿਆਲ ਰੱਖਣ ਦੀ ਲੋੜ ਹੈ। ਸੋ ਪਹਿਲੀ ਚੀਜ਼ ਤਾਂ ਨਾ ਬਹੁਤੀ ਜ਼ਿਆਦਾ ਫੁੱਲੀ ਹੋਈ ਤੇ ਨਾ ਬਿਲਕੁਲ ਸੁੱਕੀ ਹੋਈ, ਵਿਚਕਾਰਲੀ ਤਰ੍ਹਾਂ ਦੀ ਲੈਣੀ ਚਾਹੀਦੀ ਹੈ। ਉੱਤੇ ਖੰਡ ਚਾੜ ਦਿੰਦੇ ਨੇ, ਰੰਗ ਵੀ ਚਾੜ ਦਿੰਦੇ ਨੇ। ਸੋ ਪਹਿਲਾਂ ਚੰਗੀ ਤਰ੍ਹਾਂ ਉਹਨੂੰ ਧੋ ਕੇ ਸਾਫ਼ ਕਰਨਾ ਬਹੁਤ ਜ਼ਰੂਰੀ ਜੇ ਕੋਸੇ ਪਾਣੀ 'ਚ, ਤਾਂ ਕਿ ਬਾਹਰਲਾ ਜੋ ਗੰਦ ਜਾਂ ਚਿਪਕਿਆ ਹੋਇਆ ਰੰਗ ਜਾਂ ਖੰਡ ਜੋ ਚਾੜੀ ਹੈ ਬਾਹਰੋਂ ਉਹ ਸਾਫ਼ ਹੋ ਜਾਵੇ। ਜੀ ਆਮ ਤੌਰ ਤੇ ਸਾਰੇ ਮੈਨੂੰ ਲੱਗਦਾ ਕਿ ਜ਼ਿਆਦਾਤਰ ਲੋਕ ਏਦਾਂ ਹੀ ਖਾ ਲੈਂਦੇ ਨੇ, ਪੈਕੇਟ ਚੋਂ ਕੱਢ ਕੇ, ਧੋਂਦੇ ਬਹੁਤ ਘੱਟ ਨੇ। ਉਹ ਕਿਸੇ ਵੀ ਹਾਲ 'ਚ ਨਹੀਂ ਲੈਣੀ ਚਾਹੀਦੀ, ਕਿਉਂਕਿ ਇਹਦੇ ਤੇ ਅੱਜ ਕੱਲ ਇਨਗਰੀਡੀਐਂਟਸ ਜੋ ਮੈਂ ਹੁਣ ਦੱਸਣ ਲੱਗੀਆਂ ਕਿ ਸਾਈਡ ਇਫੈਕਟਸ ਕੀ ਹੁੰਦੇ ਨੇ। ਕਿਉਂਕਿ ਇਹ ਭਾਵੇਂ ਦੇਖੋ ਵੈਸੇ ਖਾ ਲਵੋ, ਸਲਾਦ 'ਚ ਪਾ ਲਓ, ਮਿੱਠੀ ਬਣਾ ਕੇ ਖਾਓ, ਪਰ ਜਿਹੜੀਆਂ ਇਹਦੇ ਉੱਤੇ ਚੀਜ਼ਾਂ ਲਾ ਦਿੰਦੇ ਨੇ ਉਹਦੇ ਸਦਕਾ ਫੋਰ ਐਗਜ਼ਾਮਪਲ ਹੁਣ ਮੈਂ ਦੱਸਦੀ ਹਾਂ ਕਿ ਸਲਫਾਈਟ ਲਾ ਦਿੰਦੇ ਨੇ, ਜਿਹੜੀ ਇਹਨੂੰ ਕੈਮੀਕਲ ਹੁੰਦਾ ਕਿ ਇਹਨੂੰ ਪ੍ਰੀਜ਼ਰਵ ਕਰਨ ਲਈ, ਤਾਂ ਉਹਦੇ ਨਾਲ ਕੀ ਹੁੰਦਾ, ਉਹਦੇ ਹੇਠਾਂ ਜੋ ਕੀਟਾਣੂ ਲੱਗੇ ਹੁੰਦੇ ਨੇ ਉਹ ਵੀ ਨਾਲ ਹੀ ਪ੍ਰੀਜ਼ਰਵ ਹੋ ਜਾਂਦੇ ਨੇ। ਤੇ ਜਿਨ੍ਹਾਂ ਨੂੰ ਸਲਫਾਈਟਸ ਇਹ ਜਿਨ੍ਹਾਂ ਦਾ ਰਿਐਕਸ਼ਨ ਹੋ ਰਿਹਾ ਹੋਵੇ, ਉਹ ਤਗੜੀ ਪੇਟ ਦਰਦ ਤੇ ਉਲਟੀਆਂ ਤੇ ਬਦਹਜ਼ਮੀ, ਟੱਟੀਆਂ ਲੱਗਣੀਆਂ, ਇਹ ਕਾਫੀ ਜ਼ਿਆਦਾ, ਇਹ ਜੇ ਤੁਸੀਂ ਜ਼ਿਆਦਾ ਖਾ ਲਈਆਂ ਹੁਣ ਇਸ ਤਰ੍ਹਾਂ ਦੀਆਂ ਪ੍ਰੀਜ਼ਰਵਡ ਖਜੂਰਾਂ ਤਾਂ ਉਹ ਕਾਫੀ ਪ੍ਰੋਬਲਮ ਕਰ ਸਕਦੀਆਂ। ਕਈ ਵਾਰ ਇੱਕਦਮ ਅੰਤੜੀਆਂ ਦੀ ਤੋਰ ਹੀ ਬੰਦ ਹੋ ਜਾਂਦੀ ਹੈ, ਸਖਤ ਕਬਜ਼ ਵੀ ਹੋ ਸਕਦੀ ਹੈ ਜੀ। ਇਸੇ ਤਰ੍ਹਾਂ ਇਹਨਾਂ ਦੇ ਵਿੱਚ ਸਲਫਾਈਟ ਜੋ ਕਿ ਬਹੁਤ ਕਾਮਨਲੀ ਅੱਜ ਕੱਲ੍ਹ ਇਹ ਵਰਤ ਕੇ ਉੱਤੇ ਲਿਖਦੇ ਵੀ ਨਹੀਂ ਬਾਹਰ ਕਿ ਅਸੀਂ ਲਾਈਏ, ਪਰ ਖਜੂਰਾਂ ਖਰਾਬ ਨਾ ਹੋਣ ਉਸ ਕਰਕੇ ਇਹ ਲਾ ਦਿੰਦੇ ਨੇ, ਜਿਹਦੇ ਵਿੱਚ ਉੱਲੀ ਨਾਲ ਲੱਗ ਜਾਂਦੀ ਹੈ ਜੋ ਕਿ ਦਿਸਦੀ ਨਹੀਂ ਸਾਨੂੰ। ਉਹ ਸਾਫ਼ ਕਰਨ ਪਿੱਛੇ ਬੜੀਆਂ ਤਗੜੀਆਂ ਸਕਿਨ ਰੈਸ਼ਿਜ਼, ਚਮੜੀ ਤੇ ਕਾਫੀ ਦਾਣੇ ਤੇ ਖੁਰਕ ਤੇ ਬੁਰਾ ਹਾਲ ਇਹ ਦਿਸ ਸਕਦਾ ਹੈ। ਫਿਰ ਖਾਸ ਤੌਰ ਤੇ ਇਹਨਾਂ ਵਿੱਚ ਜਿਨ੍ਹਾਂ ਨੂੰ ਅਲਰਜੀ ਹੋਵੇ ਜੀ, ਉਹਨਾਂ ਨੂੰ ਬੜਾ ਤਗੜਾ ਅਟੈਕ ਦਮੇ ਦਾ ਸ਼ੁਰੂ ਹੋ ਸਕਦਾ ਜੇ। ਅੱਛਾ ਜੀ। ਜਿਨ੍ਹਾਂ ਨੂੰ ਖਾਸ ਤੌਰ ਤੇ ਇਹ ਸੁੱਕੀਆਂ ਜਿਹੜੀਆਂ ਖਜੂਰਾਂ ਜਾਂ ਛੁਹਾਰਿਆਂ ਦੇ ਵਿੱਚ ਉੱਲੀ ਕਾਫੀ ਮਾਤਰਾ ਵਿੱਚ ਜਮਾ ਹੋ ਜਾਂਦੀ ਹੈ, ਜਿਹਨੂੰ ਤੁਸੀਂ ਆਮ ਨਜ਼ਰੀ ਸਾਨੂੰ ਪਤਾ ਹੀ ਨਹੀਂ ਲੱਗਦਾ ਇਹਦੇ ਚੋਂ ਅੰਸ਼ ਹੈਗੇ ਨੇ। ਸੋ ਉਹ ਤਗੜੀ ਐਲਰਜੀ ਕਾਰਨ ਬੜਾ ਸੀਵੀਅਰ ਅਟੈਕ ਦਮੇ ਦਾ ਹੋ ਸਕਦਾ। ਇਸੇ ਲਈ ਮੈਂ ਵਾਰ ਦੁਹਰਾ ਰਹੀ ਹਾਂ ਕਿ ਜਾਂ ਤਾਂ ਉਬਾਲ ਕੇ ਜਿਵੇਂ ਦੁੱਧ ਵਿੱਚ, ਉਹ ਵੀ ਉਸ ਤੋਂ ਪਹਿਲਾਂ ਚੰਗੀ ਤਰ੍ਹਾਂ ਕੋਸੇ ਪਾਣੀ 'ਚ ਧੋਏ ਬਗੈਰ ਕਿਸੇ ਹੀ ਹਾਲ ਵਿੱਚ ਨਹੀਂ ਵਰਤਣੀਆਂ ਚਾਹੀਦੀਆਂ। ਜੀ ਜੀ, ਜਿਹੜਾ ਤੁਸੀਂ ਹੁਣੇ ਕਿਹਾ ਡਾਕਟਰ ਸਾਹਿਬ ਕਿ ਦੁੱਧ ਵਿੱਚ ਉਬਾਲ ਕੇ, ਇਹ ਮਤਲਬ ਸਭ ਤੋਂ ਸਹੀ ਤਰੀਕਾ ਹੈਗਾ ਖਜੂਰ ਨੂੰ ਖਾਣ ਦਾ? ਇਹਦੇ ਨਾਲ ਕੀ ਫਾਇਦਾ ਹੁੰਦਾ ਖਾਸ ਤੌਰ ਤੇ? ਜੀ ਇਹਦੇ ਵਿੱਚ ਅਸਲ 'ਚ ਦੁੱਧ 'ਚ ਉਬਾਲ ਕੇ, ਮੈਂ ਤਾਂ ਵਾਰ-ਵਾਰ ਕਹਿ ਰਹੀ ਹਾਂ ਕਿ ਬੱਚਿਆਂ ਤੇ ਬਜ਼ੁਰਗਾਂ ਲਈ ਖਾਣੀ ਥੋੜੀ ਸੌਖੀ ਹੋ ਜਾਂਦੀ ਹੈ ਕਿ ਦੁੱਧ ਵੀ ਉਹਨਾਂ ਨੂੰ ਸੌਖਾ ਹਜ਼ਮ ਹੋ ਗਿਆ ਤੇ ਬਹੁਤਾ ਢਿੱਡ ਭਰ ਕੇ ਜਿਵੇਂ ਨਹੀਂ ਉਸ ਉਮਰ 'ਚ ਖਾਧਾ ਜਾਂਦਾ, ਤਾਂ ਉਹ ਜਿਵੇਂ ਖਜੂਰਾਂ ਵੀ ਨਰਮ ਪੈ ਗਈਆਂ, ਜੇ ਦੰਦ ਵੀ ਨਹੀਂ ਹਨ ਤਾਂ ਉਹ ਤੁਸੀਂ ਸੌਖੀਆਂ ਸੈਮੀ ਸੋਲਿਡ ਜਿਹਾ ਬਣ ਜਾਂਦਾ, ਖਾ ਸਕਦੇ ਹੋ। ਅਦਰਵਾਈਜ਼ ਜਿਨ੍ਹਾਂ ਦੇ ਦੰਦ ਠੀਕ ਹੈ, ਜਵਾਨ ਬੰਦੇ, ਉਹਨਾਂ ਨੂੰ ਕੋਈ ਉਬਾਲ ਕੇ ਲੈਣ ਦੀ ਲੋੜ ਨਹੀਂ। ਉਹ ਸਾਸ ਨੂੰ, ਖਜੂਰਾਂ ਨੂੰ ਇੰਜ ਹੀ ਸਿੱਧਾ ਖਾਣ, ਉਹ ਓਨਾ ਹੀ ਅਸਰ ਕਰਦੀਆਂ, ਕੋਈ ਦੁੱਧ ਦੇ ਵਿੱਚ ਖਾਸ ਅਸਰ ਨਹੀਂ ਦਿਖਾਉਂਦੀਆਂ। ਮੈਂ ਇਸੇ ਲਈ ਦੁਬਾਰਾ ਦੁਹਰਾ ਦਿੰਦੀ ਹਾਂ ਕਿ ਮਰਦਾਨਾ ਕਮਜ਼ੋਰੀ ਜਾਂ ਠੰਡੀਆਂ ਔਰਤਾਂ ਦਾ ਜੋ ਗੱਲ ਕੀਤੀ ਸੀ, ਮੈਂ ਸਪਸ਼ਟ ਕਰ ਦਿੱਤਾ ਨਾਲ ਦੀ ਨਾਲ ਕਿ ਉਹ ਨੁਸਖੇ ਨਾਲ ਬਹੁਤ ਸਾਰੇ ਪੁਰਾਣੇ ਹਕੀਮਾਂ ਨੇ ਆਪਣੀਆਂ ਪੁਸ਼ਤਾਂ ਤਾਰ ਲਈਆਂ, ਵੱਡੇ ਵੱਡੇ ਘਰ ਬਣਾ ਲਏ, ਪਰ ਉਸ ਤੋਂ ਬਗੈਰ ਇਹ ਰਿਸਰਚ ਸਾਬਤ ਕਰ ਚੁੱਕੀ ਕਿ ਉਹਦੇ ਨਾਲ ਜਾਂ ਉਸ ਤੋਂ ਬਗੈਰ ਵਾਲਿਆਂ ਨਾਲ, ਇੱਕ ਨੂੰ ਸਿੰਪਲ ਦੁੱਧ ਪਿਆਇਆ ਗਿਆ ਇਹੀ ਕਹਿ ਕੇ ਵੀ ਉਹੀ ਦੇ ਰਹੇ ਆ ਖਜੂਰਾਂ ਵਾਲਾ, ਇੱਕ ਨੂੰ ਦੂਜਾ ਦਿੱਤਾ ਗਿਆ ਖਜੂਰਾਂ ਵਾਲਾ, ਕੋਈ ਫਰਕ ਦੋਵਾਂ 'ਚ ਨਹੀਂ ਦਿਸਿਆ। ਯਾਨੀ ਪਤਾ ਕਿ ਮਾਨਸਿਕ ਹੀ ਕਮਜ਼ੋਰੀ ਹੈ, ਅਦਰਵਾਈਜ਼ ਕੋਈ ਨੁਕਸ ਨਹੀਂ ਹੁੰਦਾ। ਆਪਣੇ ਆਪ ਨੂੰ ਤਸੱਲੀ ਦੇਣ ਦੀ ਗੱਲ ਹੈ, ਪਰ ਇਹਦੇ ਨਾਲ ਉਹ ਰੋਲ ਨਹੀਂ ਵੇਖਿਆ ਗਿਆ। ਜੀ ਜੀ। ਹੁਣ ਜਿਨ੍ਹਾਂ ਦਾ ਮੋਟਾਪਾ ਹੋਵੇ, ਮੈਂ ਖਾਸ ਤੌਰ ਤੇ ਦੱਸਦੇ ਹਾਂ ਕਿਉਂਕਿ ਇਹ ਬੜੀ ਐਨਰਜੀ ਡੈਂਸ ਹੁੰਦੀ ਜੇ, ਰਤਕ ਧਿਆਨ ਨਾਲ ਖਾਇਓ, ਜੇ ਰੋਜ਼ ਖਾਣ ਲੱਗ ਜਾਓਗੇ ਤਾਂ ਫਿਰ ਇਹ ਇੱਕ ਤੁਹਾਡੇ ਭਾਰ ਵਧਣ ਦਾ ਕਾਰਨ ਹੀ ਬਣ ਜਾਣਾ। ਸੋ ਕਿਉਂਕਿ ਇਹਦੇ ਵਿੱਚ
ਲਗਭਗ 2.8 ਕੈਲੋਰੀਆਂ ਪ੍ਰਤੀ ਗ੍ਰਾਮ ਵਿੱਚ ਨੇ, ਜੋ ਬਹੁਤ ਜ਼ਿਆਦਾ ਨੇ। ਸੋ ਆਪੇ ਦੇ ਸ਼ਿਕਾਰ ਨੇ ਤਾਂ ਰਤਕ ਧਿਆਨ ਨਾਲ ਖਾਇਓ। ਤੇ ਇਹਦੇ ਵਿੱਚ ਐਕਚੁਅਲੀ ਪੋਟਾਸ਼ੀਅਮ ਬਹੁਤ ਜ਼ਿਆਦਾ ਜੇ, ਜਿਵੇਂ ਮੈਂ ਦੱਸਿਆ। ਤਾਂ ਇਹ ਜ਼ਿਆਦਾ ਖਾਣ ਨਾਲ ਵੀ ਜਿਨ੍ਹਾਂ ਨੂੰ ਪੋਟਾਸ਼ੀਅਮ ਜਿਨ੍ਹਾਂ ਦੇ ਹੋਵੇ ਜ਼ਿਆਦਾ ਸਰੀਰ ਵਿੱਚ, ਟੈਸਟ ਦੇ ਵਿੱਚ ਆਇਆ ਹੋਵੇ, ਉਹ ਨਾ ਹੀ ਵਰਤਣ। ਕਿਉਂਕਿ ਨੋਰਮਲ ਕੀ ਹੁੰਦਾ ਜੇ ਕਿ ਆਮ ਅਸੀਂ ਕਹਿੰਦੇ ਹਾਂ ਜੇ ਨੋਰਮਲ ਪੋਟਾਸ਼ੀਅਮ ਸਾਡਾ 3.6 ਤੋਂ 5.2 ਮਿਲੀਮੋਲਸ ਪਰ ਲੀਟਰ ਹੋਣਾ ਚਾਹੀਦਾ ਜੀ। ਤੇ ਇਹਦੇ ਜੇ ਖਾਈ ਜਾਓਗੇ ਰੈਗੂਲਰ, ਇਹ 7 ਮਿਲੀਮੋਲ ਤੱਕ ਲੈ ਜਾਂਦੀ ਜੇ ਖਜੂਰ ਹੀ ਇਕੱਲੀ, ਇਸ 'ਚ ਕਾਫੀ ਜ਼ਿਆਦਾ। ਸੋ ਇਸੇ ਲਈ ਮੈਂ ਵਾਰ-ਵਾਰ ਕਿਹਾ ਕੌਲੇ ਭਰ ਕੇ ਨਾ ਖਾਇਓ ਜੀ। ਨੋਰਮਲ ਆਮ ਬੰਦੇ ਲਈ ਤੁਸੀਂ 5 ਖਜੂਰਾਂ ਕੁਝ ਵੀ ਨਹੀਂ ਕਹਿੰਦੀਆਂ, ਖਾਓ ਆਰਾਮ ਨਾਲ, ਜਾਂ ਮੁੱਠੀ ਭਰ ਕੇ ਵੀ ਤੁਸੀਂ, ਉਹਦਾ ਮਤਲਬ ਹੈ ਮੁੱਠੀ ਬੰਦ ਕਰਕੇ ਦੇਖੋਗੇ ਤੁਹਾਡੇ ਹੱਥ 'ਚ ਆਉਣਗੀਆਂ ਹੀ 5 ਕੁ। ਇੰਨੀ ਕੋਈ ਤਕਲੀਫ ਨਹੀਂ ਦਿੰਦੀਆਂ, ਰੋਜ਼ ਖਾ ਸਕਦੇ ਹੋ, ਪਰ ਬੇਲੋੜੀਆਂ ਇਸ ਤੋਂ ਵੱਧ ਨਾ ਖਾਇਓ। ਇਹਦੀ ਜਿਹੜੀ ਉੱਪਰਲੀ ਵੈਕਸ ਕੋਟਿੰਗ ਕਰਦੀ ਜੇ ਕਿਉਂਕਿ ਉਹਦੇ ਨਾਲ ਕਾਫੀ ਦੇਰ ਪ੍ਰੀਜ਼ਰਵ ਰਹਿ ਜਾਂਦੀਆਂ। ਹਾਂਜੀ। ਜਿਹੜੀ ਚੀਜ਼ ਜੇ ਉਹ ਤੁਹਾਨੂੰ ਕੈਂਸਰ ਤੱਕ ਕਰ ਦੇ ਸਕਦੀ ਹੈ। ਉਹਦੇ 'ਚ ਪੈਟਰੋਲੀਅਮ ਵੈਕਸ ਪਾਇਆ ਹੁੰਦਾ। ਭਾਰਤੀ ਕੁਛ ਜ਼ਿਆਦਾ ਸ਼ੌਕੀਨ ਆ, ਹੋਰ ਵੀ ਇੱਥੇ ਕੈਮੀਕਲ ਸਪਰੇ ਬਹੁਤ ਜ਼ਿਆਦਾ ਕੀਤਾ ਜਾਂਦਾ ਜੋ ਦਾ ਨਾਸ ਮਾਰ ਸਕਦਾ। ਸੋ ਇਹ ਸਗੋਂ ਬਚਦੇ ਬਚਾਉਣ। ਫਿਰ ਡਾਕਟਰ ਸਾਹਿਬ ਇਹਦੀ ਪਛਾਣ ਕਿਵੇਂ ਕਰ ਸਕਦੇ? ਕਿਉਂਕਿ ਅੱਜ ਕੱਲ੍ਹ ਮਾਰਕੀਟ ਦੇ ਵਿੱਚ ਆਪਾਂ ਦੇਖੀਏ ਆਸਟ੍ਰੇਲੀਅਨ ਖਜੂਰ ਜਾਂ ਫਿਰ ਮਤਲਬ ਇੰਨੇ ਸਾਰੇ ਬ੍ਰਾਂਡ ਆ ਗਏ ਨੇ, ਤੇ ਪਛਾਣ ਆਪਾਂ ਕਿਵੇਂ ਕਰਾਂਗੇ ਕਿ ਕਿਹੜੀ ਸਹੀ ਹੈ, ਕਿਹੜੀ ਸ਼ੁੱਧ ਹੈ? ਦੇਖੋ ਇਹ ਚੀਜ਼ ਬਹੁਤ ਔਖੀ ਜੇ, ਅਨਲੈਸ ਕਿ ਸਾਨੂੰ ਕੋਈ ISI ਮਾਰਕ ਦੇ ਨਾਲ ਮਿਲੀ ਹੋਵੇ ਜਾਂ ਕੋਈ ਅਜਿਹੀ ਜਿੱਥੇ ਕਿਉਂਕਿ ਕਾਰਨ ਇਹ ਹੈ ਕਿ ਇਹ ਧੋ ਕੇ ਜਿੱਥੇ ਪੈਕ ਹੁੰਦੀਆਂ, ਕਈ ਵਾਰ ਉਸ ਪਾਣੀ ਵਿੱਚ ਵੀ ਹੁਣੇ ਲੱਭਿਆ ਜਾ ਚੁੱਕਾ, ਰਿਸਰਚ ਖੋਜ ਹੋ ਚੁੱਕੀ ਕਿ ਉਹ ਯਾਨੀ ਗੰਦਗੀ ਵਿੱਚ ਧੋ ਕੇ ਤੇ ਫਿਰ ਉਹ ਪੈਕ ਕੀਤੀਆਂ ਗਈਆਂ ਜਿੱਥੇ ਸੀਵਰੇਜ ਦਾ ਪਾਣੀ ਮਿਕਸ ਹੋਇਆ ਸੀ। ਤਾਂ ਹੀ ਵਾਰ-ਵਾਰ ਕਹੀ ਜਾ ਰਹੀਆਂ ਕਿ ਅੱਛੀ ਤਰ੍ਹਾਂ ਕੋਸੇ ਪਾਣੀ 'ਚ, ਇਹਨੂੰ ਵਗਦੇ ਪਾਣੀ 'ਚ, ਫਿਰ ਕੋਸੇ ਪਾਣੀ ਚੰਗੀ ਤਰ੍ਹਾਂ ਧੋ ਕੇ ਮਲ ਕੇ ਸਾਫ਼ ਕਰੋ, ਫਿਰ ਹੀ ਵਰਤਿਓ। ਅਦਰਵਾਈਜ਼ ਇਹ ਕਾਫੀ ਖਰਾਬ ਕਰ ਸਕਦੀਆਂ ਨੇ, ਖਾਸ ਕਰ ਜੇ ਕੈਮੀਕਲ ਸਪਰੇ ਹੈ ਜੋ ਕਿ ਲੱਭਿਆ ਹੀ ਨਹੀਂ ਜਾ ਸਕਦਾ, ਉਹ ਦਿਸਦਾ ਹੀ ਨਹੀਂ ਤੇ ਨਾ ਉਹਨੇ ਧੋ ਕੇ ਸਾਫ਼ ਹੋਣਾ, ਉਹ ਅੰਦਰ ਤੱਕ ਵੜ ਜਾਂਦਾ। ਉਹ ਕੈਮੀਕਲ ਸਪਰੇ ਜਿਹੜਾ ਉਹ ਸਾਨੂੰ ਲੌਂਗ ਰਨ 'ਚ, ਜੋ ਕਿ ਅੰਤੜੀਆਂ ਦੇ ਕੈਂਸਰ ਤੋਂ ਬਚਾਉਣ ਵਾਲੀ ਚੀਜ਼ ਹੀ ਅੰਤੜੀਆਂ ਦਾ ਕੈਂਸਰ ਕਰ ਵੀ ਸਕਦੀ ਹੈ ਜੀ। ਤਾਂ ਬਹੁਤ ਧਿਆਨ ਨਾਲ ਸਾਨੂੰ ਇਹ ਲੈਣਾ ਪੈਂਦਾ। ਜਿਹੜੀ ਲੋੜੋਂ ਵੱਧ ਸ਼ਾਈਨ ਕਰਦੀ ਹੋਵੇ ਉਹ ਤਾਂ ਕਦੇ ਹੀ ਨਾ ਖਰੀਦਿਓ, ਕਿਉਂਕਿ ਉਹਦਾ ਮਤਲਬ ਹੀ ਹੈ ਕਿ ਇਸ 'ਚ ਪੈਟਰੋਲੀਅਮ ਵੈਕਸ ਲਾਇਆ ਹੋਇਆ। ਉਸ ਤੋਂ ਬਗੈਰ ਇੰਨੀ ਲਿਸ਼ਕ ਵਾਲੀ ਖਜੂਰ ਹੁੰਦੀ ਹੀ ਨਹੀਂ। ਖਾਸ ਤੌਰ ਤੇ ਦੇਖ ਲਿਓ ਕਿ ਉਹ ਨਹੀਂ ਲੈਣੀ। ਜਿਹੜੀ ਅਸਲ 'ਚ ਹੁੰਦਾ ਕੀ ਜੇ ਕਿ ਜਦੋਂ ਅਸੀਂ ਛੋਟੇ ਬਾਲਾਂ ਨੂੰ ਪਿਆਣਾ, ਜਿਵੇਂ ਤੁਸੀਂ ਕਿਹਾ ਸੀ ਦੁੱਧ 'ਚ ਕਿਉਂ ਦੇਣਾ, ਇਹ ਗਿਟਕਾਂ ਜਿਹੜੀਆਂ ਸਾਡੇ ਕੋਲ ਕਈ ਵਾਰ ਬੱਚੇ ਆ ਜਾਂਦੇ ਨੇ ਕੇਸ, ਜਿਹੜੇ ਗਿਟਕਾਂ ਫਸਾ ਕੇ ਆ ਜਾਂਦੇ ਨੇ ਜੀ, ਇਸੇ ਲਈ ਬੱਚਿਆਂ ਨੂੰ ਦੇਣ ਲਈ ਇਹਨੂੰ ਉਬਾਲ ਕੇ ਦੁੱਧ ਦੇ ਵਿੱਚ ਤੇ ਗਿਟਕਾਂ ਕੱਢ ਕੇ ਹੀ ਦੇਣੀਆਂ ਚਾਹੀਦੀਆਂ ਨੇ। ਚੋਕਿੰਗ ਦੇ ਕਈ ਕੇਸ ਆ ਜਾਂਦੇ ਨੇ, ਸਾਹ ਦੀ ਨਾਲੀ 'ਚ ਇਹ ਬਲੌਕ ਹੋ ਜਾਂਦੀ ਹੈ ਜੀ। ਹੁਣ ਹੁੰਦਾ ਕੀ ਜੇ, ਕਈ ਜਿਵੇਂ ਕਿਸੇ ਨੂੰ ਕਿਉਂਕਿ ਇਸ 'ਚ ਫਰਕਟੋਜ਼ ਹੁੰਦਾ ਜੇ, ਤਾਂ ਕਈਆਂ ਨੂੰ ਫਰਕਟੋਜ਼ ਇਨਟੋਲਰੈਂਸ, ਯਾਨੀ ਜਿਵੇਂ ਕਣਕ ਤੋਂ ਅਲਰਜੀ ਹੁੰਦੀ ਹੈ, ਇਸੇ ਤਰ੍ਹਾਂ ਫਰਕਟੋਜ਼ ਅਲਰਜੀ ਹੁੰਦੀ ਹੈ। ਜਿਨ੍ਹਾਂ ਨੂੰ ਉਹ ਹੈ ਉਹ ਵੀ ਖਜੂਰ ਨਾ ਹੀ ਕਦੇ ਖਾਣ, ਕਿਉਂਕਿ ਉਹਨਾਂ ਵਿੱਚ ਕਾਫੀ ਫਿਰ ਪੇਟ 'ਚ ਗੈਸ ਤੇ ਪੇਟ ਦਰਦ, ਉਹ ਕਾਫੀ ਰਿਐਕਸ਼ਨ ਹੋ ਸਕਦਾ। ਸੋ ਉਹਨਾਂ ਨੂੰ ਨਹੀਂ ਲੈਣਾ ਚਾਹੀਦਾ। ਤੇ ਖਾਸ ਤੌਰ ਤੇ ਜਿਹੜੇ ਸ਼ੱਕਰ ਰੋਗੀ ਹੋਣ, ਉਹਦੇ ਤੇ ਮੈਂ ਖਾਸ ਦੱਸਾਂ ਕਿ ਇਹਦੇ ਤੇ 3 ਤਰ੍ਹਾਂ ਦੀਆਂ ਵੱਖੋ ਵੱਖਰੀਆਂ ਯੂਨੀਵਰਸਿਟੀਜ਼ ਵਿੱਚ ਖੋਜਾਂ ਹੋਈਆਂ ਕਿ ਇਹਨਾਂ ਵਿੱਚ ਭਾਵੇਂ ਸ਼ੱਕਰ ਹੈ ਬਹੁਤ ਜ਼ਿਆਦਾ ਮਾਤਰਾ ਵਿੱਚ, ਪਰ ਇਹ ਲੋ ਗਲਾਈਸੈਮਿਕ ਇੰਡੈਕਸ ਵਾਲੀ ਹੈ ਜੀ। ਯਾਨੀ ਸ਼ੱਕਰ ਰੋਗੀ ਵੀ ਜੇ 1 ਜਾਂ 2 ਖਜੂਰਾਂ ਲੈ ਲੈਂਦੇ ਨੇ ਤਾਂ ਕੋਈ ਕਹਿਰ ਨਹੀਂ ਢਹਿੰਦਾ। ਇਹ ਕੁਦਰਤ ਨੇ ਸ਼ੱਕਰ ਇਸ ਤਰ੍ਹਾਂ ਦੀ ਦਿੱਤੀ ਹੈ ਜਿਹੜੀ ਸ਼ੱਕਰ ਦੇ ਵਿੱਚ ਖਾਣ ਤੋਂ ਬਾਅਦ ਇੱਕਦਮ ਲਹੂ 'ਚ ਸ਼ੱਕਰ ਦੀ ਮਾਤਰਾ ਵਧਾਉਂਦੀ ਨਹੀਂ ਜੀ। ਸੋ ਇਹਦੇ 'ਚ ਮੈਂ ਵਾਰ-ਵਾਰ ਦੱਸ ਰਹੀ ਹਾਂ ਕਿ ਕਈ ਖੋਜਾਂ ਇਹ ਸਾਬਤ ਕਰ ਚੁੱਕੀਆਂ ਨੇ ਕਿ ਸ਼ੱਕਰ ਰੋਗੀ ਕੌਲੇ ਭਰ ਕੇ ਨਹੀਂ, ਪਰ 2 ਖਜੂਰਾਂ ਆਰਾਮ ਨਾਲ ਰੋਜ਼ ਖਾ ਸਕਦੇ ਨੇ, 3 ਵੀ ਲੈ ਲੈਣ, ਕੋਈ ਹਰਜ਼ ਨਹੀਂ।
ਜੀ। ਤੇ ਜਿੱਥੋਂ ਤੱਕ ਬ੍ਰੈਸਟ ਫੀਡਿੰਗ ਦਾ ਮੈਂ ਜ਼ਰੂਰ ਦੱਸ ਦਿਆਂ, ਜਿਹੜੀਆਂ ਪ੍ਰੈਗਨੈਂਟ ਲੇਡੀਜ਼ ਨੇ ਬ੍ਰੈਸਟ ਫੀਡ ਕਰ ਰਹੀਆਂ ਨੇ, ਉਹਨਾਂ ਵਿੱਚ ਇੱਕ ਖੋਜ ਹੋਈ ਸੀ ਜਿਸ ਨੇ ਦੱਸਿਆ ਸੀ ਕਿ ਜੇ ਅਖੀਰੀ 4 ਹਫ਼ਤੇ ਡਿਲੀਵਰੀ ਤੋਂ ਪਹਿਲਾਂ ਖਜੂਰਾਂ ਰੋਜ਼ ਉਹ 6 ਖਾਂਦੀਆਂ ਸੀਗੀਆਂ ਜਿਹੜੀਆਂ ਲੇਡੀਜ਼, ਉਹਨਾਂ ਦੀ ਸਾਰਿਆਂ ਦੀ ਨਾਰਮਲ ਡਿਲੀਵਰੀ ਵੀ ਹੋਈ ਤੇ ਪੇਨ ਵੀ ਘੱਟ ਹੋਈ, ਉਹਨਾਂ ਦੇ ਬੱਚੇ ਵੀ ਹੈਲਦੀ ਪੈਦਾ ਹੋਏ। ਯਾਨੀ ਇਹ ਚੀਜ਼ ਖੋਜ ਇਸ ਦੇ ਉੱਤੇ ਵੀ ਇੱਕ ਮੈਡੀਕਲ ਕਾਲਜ ਵਿੱਚ ਹੋਈ ਜੋ ਦੇਖੀ ਗਈ। ਸੋ ਮੇਰਾ ਕਹਿਣ ਦਾ ਭਾਵ ਇਹ ਹੈ ਕਿ ਵੱਧੋ ਵੱਧ 10 ਖਜੂਰਾਂ ਰੋਜ਼ ਤੇ ਘੱਟ ਤੋਂ ਘੱਟ 2, ਯਾਨੀ ਇਹਦੇ ਵਿੱਚ 2 ਤੋਂ 10 ਖਜੂਰਾਂ ਹਰ ਬੰਦਾ ਖਾ ਸਕਦਾ ਹੈ। ਡਾਇਬਟੀਜ਼ ਲਈ ਮੈਂ ਤੁਹਾਨੂੰ ਦੱਸ ਚੁੱਕੀ ਹਾਂ ਵੀ ਤੁਸੀਂ 3 ਲੈ ਲਓ, ਬਿਲਕੁਲ ਜੇ ਕਮਜ਼ੋਰ ਹੈ ਤਾਂ ਫਿਰ ਤੁਸੀਂ 10 ਤੱਕ ਲੈ ਸਕਦੇ ਹੋ, ਬਹੁਤ ਹੈਲਦੀ ਹੋ ਤਾਂ 3 ਤੋਂ 5 ਤੱਕ ਲਓ। ਪਰ ਅਦਰਵਾਈਜ਼ ਇਹ ਦੰਦਾਂ ਲਈ ਵੀ ਹੈਲਦੀ ਜੇ, ਅੰਤੜੀਆਂ ਲਈ ਵੀ, ਅੱਖਾਂ ਲਈ ਵੀ, ਵਾਲਾਂ ਲਈ ਵੀ, ਚਮੜੀ ਲਈ ਵੀ ਬਹੁਤ ਸਿਹਤਮੰਦ ਖੁਰਾਕ ਹੈ, ਜਿਹੜੀ ਤੁਸੀਂ ਲੰਬੀ ਉਮਰ ਦਾ ਰਾਜ਼ ਵੀ ਬਣਦੀ ਜਾ ਰਹੀ ਹੈ। ਤੁਸੀਂ ਸੋਚ ਸਕਦੇ ਹੋ ਕਿ ਅਗਲੇ ਜਨਮ ਤੱਕ ਭੇਜਣ ਲਈ ਇਹ ਨਾਲ ਯਾਨੀ ਮੰਮੀਜ਼ ਦੇ ਵਿੱਚ ਪੈਕ ਕਰ ਦਿੱਤੀ ਜਾਂਦੀ ਸੀ ਕਿ ਲਾਸ਼ ਗਈ ਹੈ ਤੇ ਨਾਲ ਇਹ ਵੀ ਖਾ ਲਿਓ, ਸ਼ਾਇਦ ਅਗਲੇ ਜਨਮ ਵਿੱਚ ਲੰਬੀ ਉਮਰ ਦਾ ਰਾਜ਼ ਮਿਲ ਜਾਵੇ। ਸੋ ਇਹਨੂੰ ਖਾਓ ਜ਼ਰੂਰ, ਪਰ ਸਿਰਫ ਇੰਨਾ ਕਿ ਤੁਸੀਂ ਧਿਆਨ ਨਾਲ ਤੇ ਮਿਹਨਤੀ ਦੇ ਨਾਲ ਖਾਓ ਤੇ ਸਾਫ਼ ਕਰਕੇ ਖਾਓ ਤਾਂ ਬਹੁਤ ਫਾਇਦੇ ਲੈ ਸਕਦੇ ਹੋ। ਜੀ ਡਾਕਟਰ ਸਾਹਿਬ, ਬਹੁਤ ਬਹੁਤ ਜਾਣਕਾਰੀ ਮਿਲੀ ਹੈ ਇਸ ਬਾਰੇ, ਕਿਉਂਕਿ ਅਸੀਂ ਹੁੰਦਾ ਕਿ ਜਿਹੜੀ ਮਾਰਕੀਟ ਦੇ ਵਿੱਚ ਚੀਜ਼ ਆਈ ਹੈ, ਸਾਨੂੰ ਪਤਾ ਹੈ ਕਿ ਸਰਦੀਆਂ ਦੇ ਵਿੱਚ ਆਹ ਚੀਜ਼ਾਂ ਖਾਣੀਆਂ ਨੇ, ਉਹਨਾਂ ਨੂੰ ਖਰੀਦੋ ਤੇ ਖਾ ਲਓ, ਕੋਈ ਧਿਆਨ ਨਹੀਂ ਕਿਵੇਂ ਖਾਣਾ ਹੈ, ਕਿਵੇਂ ਵਰਤਣਾ ਹੈ। ਸੋ ਮੈਨੂੰ ਲੱਗਦਾ ਕਿ ਸਾਡੇ ਦਰਸ਼ਕਾਂ ਦੇ ਲਈ ਇਹ ਬਹੁਤ ਜ਼ਿਆਦਾ ਜਾਣਕਾਰੀ ਭਰਪੂਰ ਪ੍ਰੋਗਰਾਮ ਹੈ ਜਿਹੜਾ ਉਹ ਸਾਬਿਤ ਹੋਏਗਾ। ਸੋ ਡਾਕਟਰ ਸਾਹਿਬ, ਮੈਨੂੰ ਲੱਗਦਾ ਤੁਹਾਡਾ ਵੀ ਗਲਾ ਥੋੜਾ ਥੋੜਾ ਹੁਣ ਫੇਰ ਰੁਕਣਾ ਸ਼ੁਰੂ ਹੋ ਗਿਆ, ਕਿਉਂਕਿ ਲੰਬਾ ਟਾਈਮ ਤੁਸੀਂ ਬੋਲੇ ਹੈਗੇ ਹੋ, ਤੁਹਾਡੇ ਗਲੇ ਨੂੰ ਵੀ ਆਰਾਮ ਦੀ ਬੜੀ ਜ਼ਰੂਰਤ ਹੈ। ਜੇ ਕੋਈ ਹੋਰ ਅਹਿਮ ਪੱਖ ਰਹਿ ਗਿਆ ਤੁਸੀਂ ਦੱਸੋ, ਤੇ ਨਹੀਂ ਤਾਂ ਫਿਰ ਆਪਾਂ ਇਸ ਪ੍ਰੋਗਰਾਮ ਚੱਲ ਵਿਦਾ ਲੈਂਦੇ ਹਾਂ ਦਰਸ਼ਕਾਂ ਤੋਂ। ਜੀ ਮੈਂ ਇੱਕ ਬਸ ਜ਼ਰੂਰ ਆਖਰੀ ਜਾਂਦੇ ਜਾਂਦੇ ਗੱਲ ਦੱਸਣਾ ਚਾਹੁੰਦੀ ਹਾਂ ਕਿ ਦੇਖੋ, ਇਹ ਖਜੂਰ ਨੇ ਰਾਤੋਂ ਰਾਤ ਅਸਰ ਨਹੀਂ ਦਿਖਾਉਣਾ, ਪਰ ਜੇ ਤੁਸੀਂ ਇਹਨੂੰ ਲਗਾਤਾਰ ਖਾਂਦੇ ਰਹੋਗੇ ਤਾਂ ਇਹ ਅਸਰ, ਜਿਵੇਂ ਦੱਸਦੇ ਨੇ ਕਿ 3 ਤੋਂ 6 ਹਫ਼ਤਿਆਂ ਦੇ ਬਾਅਦ ਅਸਰ ਦਿਸਣ ਲੱਗ ਗਏ ਨੇ, ਜਿੱਥੇ ਡਿਲੀਵਰੀ ਹੋਣ ਵੇਲੇ ਤੱਕ ਬੱਚੇ ਦਾ ਯਾਨੀ ਮਾਂ ਦੇ ਢਿੱਡ ਵਿੱਚ ਵੀ ਫਾਇਦਾ ਜੇ ਅਸੀਂ ਦੇਖ ਸਕਦੇ ਹਾਂ, ਤਾਂ ਉੱਥੋਂ ਇੰਨੀ ਕੁ ਤਾਂ ਗੱਲ ਸਮਝ ਆ ਜਾਂਦੀ ਹੈ ਕਿ ਇਹ ਬਾ ਕਮਾਲ ਚੀਜ਼ ਕੁਦਰਤ ਨੇ ਦਿੱਤੀ ਹੈ। ਖਾਓ, ਆਪਾਂ ਕੋਈ ਮੂਰਤ ਕਢਾਉਣ ਦੀ ਲੋੜ ਨਹੀਂ, ਅੱਜ ਤੋਂ ਹੀ ਸ਼ੁਰੂ ਕਰ ਸਕਦੇ ਹੋ। ਪਰ ਖਿਆਲ ਰੱਖਿਓ ਕਿ ਜੇ ਕੈਮੀਕਲ ਸਪਰੇ ਹੋਈ ਹੈ ਤਾਂ ਫਿਰ ਉਸ ਤੋਂ ਤਾਂ ਰੱਬ ਹੀ ਬਚਾ ਸਕਦਾ, ਕਿਉਂਕਿ ਉਹਨੇ ਅੰਦਰ ਡੂੰਘਾਈ ਤੱਕ ਵੜ ਜਾਣਾ, ਉਹ ਨਹੀਂ ਅਸੀਂ ਕੱਢ ਸਕਣਾ। ਪਰ ਬਾਕੀ ਹਰ ਚੀਜ਼ ਲਈ ਇਹ ਬਾ ਕਮਾਲ, ਜੇ ਧੋਏ ਬਗੈਰ ਕਦੇ ਨਾ ਖਾਇਓ, ਬਸ ਇਹ ਮੈਂ ਤੁਹਾਨੂੰ ਦੱਸ ਦਿਆਂ। ਤੇ ਬਹੁਤ ਲਿਸ਼ਕਦੀ ਕਦੇ ਵੀ ਨਹੀਂ ਲੈਣੀ। ਸੋ ਬਹੁਤ ਫੁੱਲੀ ਹੋਈ ਦਾ ਮਤਲਬ ਹੈ ਉਹਦੇ ਵਿੱਚ ਆਲਰੇਡੀ ਫੰਗਸ ਜਾ ਚੁੱਕੀ ਨਾ ਲਿਓ। ਬਿਲਕੁਲ ਇਸੇ ਤਰ੍ਹਾਂ ਬਿਲਕੁਲ ਸੁੱਕੀ ਜਿਹੜੀ ਹੈ ਪ੍ਰੀਜ਼ਰਵ ਕਰ ਦਿੱਤੀ ਗਈ ਉਹ ਵੀ ਨਹੀਂ ਖਾਣੀ। ਤੇ ਛੁਹਾਰੇ ਤਾਂ ਬਹੁਤ ਜ਼ਿਆਦਾ ਧਿਆਨ ਨਾਲ ਖਾਇਓ, ਸਭ ਤੋਂ ਵੱਧ ਫੰਗਸ ਛੁਹਾਰਿਆਂ ਵਿੱਚ ਹੀ ਮਿਲ ਰਹੀ ਹੈ। ਅੱਜ ਤਿਉਹਾਰ ਦਾ ਹੁਣ ਮੌਸਮ ਸ਼ੁਰੂ ਹੋ ਚੁੱਕਿਆ, ਹਰ ਫੰਕਸ਼ਨ ਤੇ ਛੁਹਾਰੇ ਦਿੱਤੇ ਜਾ ਰਹੇ ਨੇ। ਰੱਬ ਦਾ ਵਾਸਤਾ ਜੇ ਬਹੁਤ ਚੰਗੀ ਤਰ੍ਹਾਂ ਧੋਤੇ ਹੋਏ ਸਾਫ਼ ਤੇ ਵੇਖ ਲਿਓ ਕਿ ਉਹ ਕਿਸੇ ਥਾਂ ਤੋਂ ਬਦਰੰਗ ਨਾ ਹੋਏ ਹੋਣ, ਰੰਗ ਇੱਕੋ ਜਿਹਾ ਪੂਰੀ ਲੈਵਲ ਤੇ ਹੋਏ, ਸਿਰਫ ਉਹੀ ਖਾਣੇ ਚਾਹੀਦੇ ਨੇ। ਚੰਗੀ ਤਰ੍ਹਾਂ ਸਾਫ਼ ਕੀਤੇ, ਧੋਤੇ, ਸਿੱਧੇ ਥਾਲੀ 'ਚ ਆਏ, ਪੈਕ ਕੀਤੇ ਦੁਕਾਨਦਾਰ ਵੱਲੋਂ, ਬਿਲਕੁਲ ਮੂੰਹ 'ਚ ਨਾ ਪਾਇਓ। ਇੰਨਾ ਕੁ ਖਿਆਲ ਰੱਖਿਓ। ਬਾਕੀ ਮੈਂ ਸਿਰਫ ਦੁਆ ਕਰ ਸਕਦੀ ਹਾਂ, ਤੰਦਰੁਸਤ ਰਹੋ, ਸਿਹਤਮੰਦ ਰਹੋ, ਖੁਸ਼ੀਆਂ ਮਾਣੋ। ਜੀ ਬਹੁਤ ਬਹੁਤ ਧੰਨਵਾਦ ਡਾਕਟਰ ਸਾਹਿਬ, ਤੁਸੀਂ ਵੀ ਆਪਣਾ ਪੂਰਾ ਧਿਆਨ ਰੱਖਿਓ। ਤੇ ਦਰਸ਼ਕਾਂ ਨੂੰ ਫਿਰ ਅਸੀਂ ਅਪੀਲ ਕਰਦੇ ਹਾਂ ਕਿ ਫੋਨ ਕਾਲਸ ਨਾ ਕਰਿਓ। ਆਪਣੇ ਜਿਹੜੇ ਮੈਸੇਜ ਨੇ ਹੁਣ ਇਸ ਪ੍ਰੋਗਰਾਮ ਦੇ ਵਿੱਚ ਖਜੂਰ ਨੂੰ ਲੈ ਕੇ ਜੇ ਕੋਈ ਤੁਹਾਡਾ ਸਵਾਲ ਹੈ, ਤੁਸੀਂ ਜ਼ਰੂਰ ਸਵਾਲ ਪੁੱਛ ਸਕਦੇ ਹੋ, ਮੈਸੇਜ ਭੇਜੋ। ਇਸ ਪ੍ਰੋਗਰਾਮ ਦੇ ਥੱਲੇ ਤੁਸੀਂ ਮੈਸੇਜ ਭੇਜ ਸਕਦੇ ਹੋ। ਪਰ ਬਿਮਾਰੀਆਂ ਨੂੰ ਲੈ ਕੇ ਜੇ ਤੁਸੀਂ ਕੋਈ ਸਵਾਲ ਤੁਹਾਡਾ ਕੋਈ ਹੈਗਾ ਤਾਂ ਤੁਸੀਂ ਜ਼ਰੂਰ ਡਾਕਟਰ ਸਾਹਿਬ ਨੂੰ ਰਜਿੰਦਰਾ ਹਸਪਤਾਲ ਪਟਿਆਲਾ ਜਾ ਕੇ ਮਿਲ ਸਕਦੇ ਹੋ। ਸਰਕਾਰੀ ਹਸਪਤਾਲ ਹੈ, ਕੋਈ ਉੱਥੇ ਫੀਸ ਨਹੀਂ ਹੈਗੀ। ਤੇ ਦਵਾਈਆਂ ਦੀ ਹੈ ਜਿਹੜੀ ਉਹ ਤਾਂ ਜ਼ਰੂਰ ਆਪਾਂ ਨੂੰ ਪੈਸੇ ਲਾਉਣੇ ਪੈਂਦੇ ਨੇ। ਸੋ ਉੱਥੇ ਜਾ ਕੇ ਤੁਸੀਂ ਡਾਕਟਰ ਸਾਹਿਬ ਨੂੰ ਮਿਲ ਸਕਦੇ ਹੋ। ਬਹੁਤ ਬਹੁਤ ਧੰਨਵਾਦ ਡਾਕਟਰ ਸਾਹਿਬ। ਅਗਲੇ ਸੋਮਵਾਰ ਫਿਰ ਮਿਲਦੇ ਹਾਂ ਆਪਾਂ ਇਸੇ ਟਾਈਮ ਤੇ। ਬਹੁਤ ਮਿਹਰਬਾਨੀ। ਤੇ ਫਿਰ ਇੱਕ ਵਾਰ ਫਿਰ ਸਭ ਨੂੰ ਨਿੱਘੀ ਫਤਿਹ ਜੀ। ਸਤਿ ਸ਼੍ਰੀ ਅਕਾਲ।